ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 27 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਪਾਸਪੋਰਟ, OCI ਅਤੇ ਵੀਜ਼ੇ ਤੇ ਹੋਰ ਸੇਵਾਵਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 530 751 7605 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਕੈਨੇਡਾ ਤੇ ਇੰਡੀਆ ਦੇ ਵਿੱਚ ਚੱਲ ਰਿਹਾ ਹੈ, ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਕੱਲ ਨੈਸ਼ਨਲ ਪੋਸਟ ਜੋ ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਦੇ ਮੁਤਾਬਕ NDP ਦੇ ਲੀਡਰ ਜਗਮੀਤ ਸਿੰਘ, ਉਹਨਾਂ ਨੇ ਜੋ ਉੱਥੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਇਹ ਕਿਹਾ ਵੀ ਇੰਟੈਲੀਜੈਂਸ ਬਰੀਫਿੰਗ ਤੋਂ ਬਾਅਦ ਕਲੀਅਰ ਐਵੀਡੈਂਸ ਆ ਵੀ ਭਾਰਤ ਦੀ ਸਰਕਾਰ ਜੋ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸੀ। ਸੋ ਉਹਨਾਂ ਨੇ ਇਹ ਕਿਹਾ ਵੀ ਇਹਦੇ ਸੰਬੰਧ ਦੇ ਵਿੱਚ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਆ ਫੋਰਨ ਇੰਟਰਫੇਰੈਂਸ ਦੇ ਵਿੱਚ। ਫੈਡਰਲ NDP ਲੀਡਰ ਜਗਮੀਤ ਸਿੰਘ ਨੇ ਕਿਹਾ ਵੀ ਇੰਟੈਲੀਜੈਂਸ ਬਰੀਫਿੰਗ ਜੋ ਐਲੀਗੇਸ਼ਨਸ ਲਾਈਆਂ ਗਈਆਂ ਇੰਡੀਆ ਸਰਕਾਰ ਦੇ ਅਗੇਂਸਟ, ਉਹ ਪੂਰੀ ਉਹਨਾਂ ਨੂੰ ਦਿੱਤੀ ਗਈ ਸੀ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਵਿੱਚ, ਜਿਨ੍ਹਾਂ ਦਾ ਕਤਲ ਬ੍ਰਿਟਿਸ਼ ਕੋਲੰਬੀਆ 'ਚ ਸਿੱਖ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਜੋ ਸਰੀ ਆ ਉੱਥੇ ਹੋਇਆ ਸੀ। ਕਹਿੰਦੇ ਪਈ ਕਲੀਅਰ ਆ ਇੰਟੈਲੀਜੈਂਸ ਰਿਪੋਰਟਸ ਤੋਂ ਤੇ ਮੈਂ ਬਹੁਤ ਅਪਸੈਟ ਹੈਗਾ ਆ ਵੀ ਕੈਨੇਡਾ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਸਾਡੇ ਮੁਲਕ ਦੇ ਸਿਟੀਜ਼ਨ ਨੂੰ ਜਿਹੜੀ ਇੱਕ ਕੈਨੇਡਾ ਦੀ ਧਰਤੀ ਤੇ ਫੋਰਨ ਗਵਰਨਮੈਂਟ ਵੱਲੋਂ ਇਨਵੋਲਵ ਹੋ ਕੇ ਜਿਹੜਾ ਕਤਲ ਕੀਤਾ ਗਿਆ ਹੈਗਾ, ਤੇ ਇਹ ਕਹਿੰਦੇ ਵੀ ਬਹੁਤ ਜ਼ਿਆਦਾ ਕ੍ਰੈਡੀਬਲ ਹੈਗਾ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਸਤੰਬਰ 18 ਨੂੰ ਕ੍ਰੈਡੀਬਲ ਐਲੀਗੇਸ਼ਨਸ ਲਾਏ ਸੀ ਭਾਰਤ ਦੀ ਸਰਕਾਰ ਦੇ ਉੱਤੇ ਵੀ ਜੂਨ ਮਹੀਨੇ ਦੇ ਵਿੱਚ ਜੋ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀ, ਉਹਦੇ ਵਿੱਚ ਜੋ ਇੰਡੀਆ ਦੇ ਏਜੰਟਸ ਆ ਉਹ ਇਨਵੋਲਵ ਹੈਗੇ ਸੀ। ਤੇ ਇਸ ਤੋਂ ਬਾਅਦ ਬਹੁਤ ਵਾਰ ਜੋ ਉੱਥੇ ਦੇ ਓਪੋਜੀਸ਼ਨ ਲੀਡਰ ਆ, ਹੋਰ ਜਿਹੜੀਆਂ ਸਰਕਾਰਾਂ, ਉਹਨਾਂ ਨੇ ਰੌਲਾ ਪਾਇਆ ਵੀ ਦੇਖੋ ਜੀ ਕੋਈ ਪ੍ਰੂਫ ਤਾਂ ਹੈ ਨਹੀਂ। ਈਵਨ ਆਪਣੇ ਵੀ ਬਹੁਤ ਸਾਰੇ ਲੋਕ ਕਹਿਣ ਲੱਗ ਪਏ ਵੀ ਨਹੀਂ ਜੀ ਇਹ ਤਾਂ ਇਹਨਾਂ ਦੀ ਪੋਲੀਟੀਕਲ ਹੈਗਾ ਆ, ਕੋਈ ਏਦਾਂ ਦਾ ਪ੍ਰੂਫ ਨਹੀਂ ਹੈਗਾ। ਸੋ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵਰੇ ਜੋ ਆ, ਪਹਿਲਾਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਹੱਕ 'ਚ ਵੀ ਅਸੀਂ ਪੂਰੇ ਨਾਲ ਆ, ਬਾਅਦ 'ਚ ਉਹ ਕਹਿਣ ਲੱਗ ਪਏ ਵੀ ਜੀ ਮੇਰੇ ਨਾਲ ਸ਼ੇਅਰ ਨਹੀਂ ਕੀਤੀ ਗਈ ਇਨਫੋਰਮੇਸ਼ਨ। ਹੁਣ ਇਹ ਖਬਰਾਂ ਆ ਰਹੀਆਂ ਵੀ ਜੋ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਆ, ਉਹਨਾਂ ਨੇ ਆਪਣੀ ਜਿਹੜੀ ਆ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਆ, ਟੌਪ ਸੀਕ੍ਰੀਟ ਸਿਕਿਉਰਿਟੀ ਕਲੀਅਰੈਂਸ ਆ, ਉਹ ਕਰਵਾਈ ਨਹੀਂ ਹੈ। ਉਹ ਜਾਣਬੁੱਝ ਕੇ ਨਹੀਂ ਕਰਵਾਈ, ਉਹ ਪਤਾ ਨਹੀਂ ਕੀ ਕਾਰਨ ਹੈਗਾ। ਸੋ ਜਗਮੀਤ ਸਿੰਘ ਹੋਣਾ ਦੀ ਜਿਹੜੀ ਆ ਟੌਪ ਸੀਕ੍ਰੀਟ ਸਿਕਿਉਰਿਟੀ ਕਲੀਅਰੈਂਸ ਹੋਈ ਉਹ ਸੀ ਜਦੋਂ ਪਿਛਲੀ ਵਾਰੀ ਕੈਨੇਡਾ ਦੇ ਵਿੱਚ ਚਾਈਨਾ ਦੀ ਇੰਟਰਫੀਅਰੈਂਸ ਨੂੰ ਲੈ ਕੇ ਰੌਲਾ ਪਿਆ ਸੀ। ਬਿਲਕੁਲ, ਇਸ ਦੇ ਬਾਬਤ ਰੀਸੈਂਟਲੀ ਉਹ ਪਹੁੰਚੇ ਵੀ ਸੀਗੇ ਗੁਰਦੁਆਰਾ ਸਾਹਿਬ, ਜਿੱਥੇ ਜਾ ਕੇ ਉਹਨਾਂ ਨੇ ਭਾਸ਼ਣ ਵੀ ਦਿੱਤਾ ਸੀ 10 ਮਿੰਟ ਦਾ। ਕਲੀਅਰਲੀ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਮੈਂਸ਼ਨ ਵੀ ਜਿਹੜੀਆਂ ਉਹ ਕੀਤੀਆਂ ਵੀ ਕੀ ਕੁਛ ਉੱਥੇ ਜਿਹੜਾ ਉਹ ਹੋਇਆ ਹੈਗਾ ਆ, ਕਿੱਦਾਂ ਇਹ ਵਾਪਰਿਆ ਆ। ਸੋ ਇਹ ਜ਼ਰੂਰ ਜਿਹੜੇ ਦੂਜੀਆਂ ਪਾਰਟੀਆਂ ਦੇ ਉੱਤੇ ਵੀ ਜਿਹੜੇ ਸਵਾਲ ਗੁਰੂ ਪਿਆਰੀ ਸਾਧ ਸੰਗਤ ਜੀ ਨਾਲ ਜਿਹੜੇ ਉਹ ਉੱਠਦੇ ਆ, ਆਓ ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ
ਸੋ ਉਹ ਵੀ ਜਿਹੜੀਆਂ ਚੀਜ਼ ਹਰਜੋਤ ਸਿੰਘ ਜੀ ਨਾਲ ਜਿਹੜੇ ਸਵਾਲ ਉੱਠਦੇ ਆ ਵੀ ਕੀ ਉੱਥੇ ਹੋਇਆ ਸੀ। ਸੋ ਆਪਾਂ ਉਹਨਾਂ ਦਾ ਭਾਸ਼ਣ ਵੀ ਤੁਹਾਨੂੰ ਜਿਹੜਾ ਉਹ ਸੁਣਾਵਾਂਗੇ। ਸੌਰੀ ਵਿੱਚ ਹੀ ਜਿਹੜਾ ਉਹ ਪਹਿਲਾਂ ਪਲੇ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਆਪਾਂ ਉਹ ਉਹਨਾਂ ਦਾ ਭਾਸ਼ਣ ਵੀ ਤੁਹਾਨੂੰ ਜਿਹੜਾ ਉਹ ਸੁਣਾਉਂਦੇ ਆ ਵੀ ਕੀ ਉਹਨਾਂ ਨੇ ਆਖਿਆ ਉੱਥੇ ਗੁਰੂ ਘਰ ਦੇ ਵਿੱਚ ਜਾ ਕੇ। ਪਰ ਜਿਹੜੀ ਆਪੋਜੀਸ਼ਨ ਲੀਡਰਸ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਇੱਕ ਵੱਡੀ ਜਿਹੜੀ ਸਵਾਲ ਆ। ਅੱਜ ਕੱਲ੍ਹ ਜਿਹੜਾ ਨਾ ਪੈਟਰਿਕ ਬਰਾਊਨ ਉੱਥੇ ਦੇ ਬਰੈਂਪਟਨ ਦੇ ਮੇਅਰ ਜਿਹੜੇ ਆ ਉਹਨਾਂ ਨੇ ਵੀ ਇੱਕ ਟਵੀਟ ਜਿਹੜਾ ਉਹ ਕੀਤਾ। ਉੱਥੇ ਕੁਛ ਜਿਹੜੀਆਂ ਹਿੰਦੂ ਜਥੇਬੰਦੀਆਂ ਜਿਹੜਾ ਖੱਲਲ ਪਾਉਣ ਵਾਲੀਆਂ ਉਹ ਕਹਿੰਦੇ ਵੀ ਅਸੀਂ ਗੁਰਦੁਆਰਿਆਂ ਦੇ ਬਾਹਰ ਜਾ ਕੇ ਜਿਹੜੇ ਆ ਰੌਲਾ ਰੱਪਾ ਪਾਵਾਂਗੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਚੀਜ਼ ਆ ਸਾਨੂੰ ਕੈਨੇਡਾ ਦੇ ਵਿੱਚ ਬਰਦਾਸ਼ਤ ਨਹੀਂ ਹੈਗੀ ਵੀ ਤੁਸੀਂ ਕਿਸੇ ਦੀ ਰਿਲੀਜੀਅਸ ਥਾਂ ਦੇ ਬਾਹਰ ਜਾ ਕੇ ਤੁਸੀਂ ਇਦਾਂ ਕਰੋ। ਉਹ ਜਿਹੜਾ ਬਰੈਗ ਕਰ ਰਹੇ ਸੀਗੇ ਜਿਹੜੇ ਕੁਛ ਹਿੰਦੂ ਜਥੇਬੰਦੀਆਂ ਵੀ ਅਸੀਂ ਪਹਿਲਾਂ ਵੀ ਇਦਾਂ ਜਿਹੜਾ ਉਹ ਕਰ ਚੁੱਕੇ ਆ। ਇੱਕ ਬਹੁਤ ਹੀ ਜਿਹੜਾ ਕੱਟੜ ਹਿੰਦੂਤਵ ਵਾਲਾ ਰੌਨ ਬੈਨਰਜੀ ਉਹਨੇ ਇੱਕ ਬੰਦੇ ਦੇ ਨਾਲ ਗੱਲਬਾਤ ਕਰਦੇ ਹੋਏ ਸਟਰੀਟਸ ਦੇ ਉੱਤੇ ਉਹ ਕਹਿ ਰਿਹਾ ਸੀਗਾ ਵੀ ਜਿਹੜੇ ਸਿੱਖਾਂ ਨੂੰ ਮਾਰਨਾ ਤੇ ਮੁਸਲਮਾਨਾਂ ਨੂੰ ਮਾਰਨਾ ਮੈਂ ਉਹਦਾ ਪੂਰਾ ਸਮਰਥਨ ਕਰਦਾ। ਕਹਿੰਦਾ ਚੁਣ ਚੁਣ ਕੇ ਮਾਰੋ, ਜੋ ਉੱਥੇ ਕੀਤਾ ਜਾ ਰਿਹਾ ਜੋ ਇਹ ਕੀਤਾ ਜਾ ਰਿਹਾ ਉਹ ਬਿਲਕੁਲ ਠੀਕ ਹੈਗਾ। ਉਹ ਵੀ ਇੱਕ ਉਹ ਬੰਦਾ ਹੈ ਜਿਹੜਾ ਨਗਰ ਕੀਰਤਨਾਂ ਦੇ ਵਿੱਚ ਬਾਹਰ ਜਾ ਕੇ ਉਹ ਰੌਲਾ ਪਾਉਂਦਾ। ਰੀਸੈਂਟਲੀ ਉਹਨੂੰ ਗ੍ਰਿਫਤਾਰ ਵੀ ਜਿਹੜਾ ਉੱਥੇ ਕੀਤਾ ਗਿਆ ਸੀਗਾ। ਅੱਜ ਤੱਕ ਦੇਖਿਆ ਕਦੀ ਵੀ ਕਿਸੇ ਸਿੱਖ ਨੇ ਜਾ ਕੇ ਕਿਸੇ ਹਿੰਦੂ ਜਾਂ ਕਿਸੇ ਹੋਰ ਧਰਮ ਦੇ ਬਾਹਰ ਜਾ ਕੇ ਇਦਾਂ ਜਿਹੜਾ ਉਹ ਰੌਲਾ ਪਾ ਰਹੇ ਹੁਣ? ਕਦੀ ਵੀ ਨਹੀਂ ਜਿਹੜਾ ਹੁੰਦਾ। ਇੱਥੋਂ ਤੱਕ ਕਿ ਯੂਬਾ ਸਿਟੀ ਦੇ ਵਿੱਚ ਬਾਹਰਲੇ ਧਰਮ ਵਾਲੇ ਆਪਣਾ ਪ੍ਰਚਾਰ ਕਰਨ ਵੀ ਆ ਜਾਂਦੇ ਆ ਤਾਂ ਜਿਹੜਾ ਉਹਨਾਂ ਨੂੰ ਕੁਛ ਨਹੀਂ ਜਿਹੜਾ ਉਹ ਆਖਦੇ। ਸਮਝਾਉਣ ਦੀ ਉਹ ਜਿਹੜੀ ਜ਼ਰੂਰ ਭਾਵੇਂ ਕੋਸ਼ਿਸ਼ ਹੋਵੇ ਪਰ ਫਿਰ ਵੀ ਕੋਈ ਇਦਾਂ ਨਹੀਂ ਹੈ ਜਿਹੜਾ ਉਹ ਕਰਦਾ। ਜਿਸ ਤਰੀਕੇ ਦੇ ਨਾਲ ਇਹ ਇਸ ਟਾਈਮ ਉੱਥੇ ਉਹਨਾਂ ਨੇ ਪ੍ਰੋਪੇਗੈਂਡਾ ਸ਼ੁਰੂ ਕੀਤਾ ਆ ਤੇ ਕਰਦੇ ਆਪ ਆ ਜਿਹੜੇ ਹਿੰਦੂਆਂ ਦੇ ਮੰਦਿਰਾਂ ਦੇ ਬਾਹਰ ਆਪ ਲਿਖ ਲੈਂਦੇ ਆ ਤੇ ਬਾਅਦ ਦੇ ਵਿੱਚ ਨਾਮ ਜਿਹੜਾ ਉਹ ਦੂਜੇ ਦਾ ਜਿਹੜਾ ਉਹ ਲਾਉਣਾ ਸ਼ੁਰੂ ਕਰ ਦਿੰਦੇ ਆ। ਸੋ ਇਹ ਹੇਟ ਜਿਹੜੀ ਆ ਪੂਰੀ ਤਰ੍ਹਾਂ ਉੱਥੇ ਫੈਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ। ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਦੁਆਰਾ ਇਹ ਕਲੀਅਰੈਂਸ ਨਾ ਲੈ ਕੇ ਇਹਨਾਂ ਐਵੀਡੈਂਸ ਨੂੰ ਨਾ ਦੇਖਣਾ ਇਹ ਉਹਨਾਂ ਦੇ ਸਿਰ ਜ਼ਿੰਮੇਵਾਰੀ ਜਿਹੜੀ ਉਹ ਜਾਂਦੀ ਆ। ਜਿਹੜਾ ਪ੍ਰਧਾਨ ਮੰਤਰੀ ਟਰੂਡੋ ਆ ਤੇ ਨਾਲ ਉਹਨਾਂ ਦੇ ਕਿਉਂਕਿ ਚਲੋ ਇਹਨਾਂ ਦੋਨਾਂ ਨੇ ਮਿਲ ਕੇ ਉੱਥੇ ਸਰਕਾਰ ਬਣਾਈ ਹੋਏਗੀ ਆ ਚੱਲ ਰਹੀ ਹੈ ਐਨਡੀਪੀ ਦੀ ਸਪੋਰਟ ਦੇ ਨਾਲ। ਸੋ ਇਹਨੇ ਕਲੀਅਰੈਂਸ ਲੈ ਕੇ ਉਹ ਚੀਜ਼ਾਂ ਜਿਹੜੀਆਂ ਉਹ ਦੇਖੀਆਂ। ਪਬਲਿਕ ਇਨਕੁਆਇਰੀ ਦੀ ਮੰਗ ਕਰ ਰਹੇ ਆ। ਚਾਈਨਾ ਦੀ ਇੰਟਰਫੇਰੈਂਸ 'ਚ ਵੀ ਮੰਗ ਕੀਤੀ ਸੀ। ਇਹਦੇ ਵਿੱਚ ਵੀ ਜਿਹੜੀ ਉਹ ਮੰਗ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਹਰਜੋਤ ਸਿੰਘ ਜੀ ਬਣਦਾ ਪਰ ਜਗਮੀਤ ਸਿੰਘ ਕੈਨੇਡੀਅਨ ਐਮਪੀ ਜਿਹੜੇ ਹੈਗੇ ਨੇ ਐਨਡੀਪੀ ਦੇ ਜਿਹੜੇ ਲੀਡਰ ਆ ਉਹਨਾਂ ਨੇ ਜਿਹੜਾ ਆ ਗੁਰੂ ਘਰ ਦੇ ਵਿੱਚ ਜਾ ਕੇ ਜੋ ਭਾਸ਼ਣ ਦਿੱਤਾ ਆ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਆਪਣੇ ਦਰਸ਼ਕਾਂ ਉਹ ਵੀ ਸੁਣਾਉਂਦੇ ਆ। ਥੋੜਾ ਜਿਹਾ ਇਹ ਜੋ ਖਬਰ ਨੈਸ਼ਨਲ ਪੋਸਟ ਆ ਇਹਦੇ ਵਿੱਚ ਜਾ ਕੇ ਕੈਨੇਡਾ ਦੇ ਇੱਕ ਆਫੀਸ਼ੀਅਲ ਉਹ ਕਹਿੰਦੇ ਆ ਵੀ ਇੰਡੀਆ ਦੀ ਜਿਹੜੀ ਇਨਵੋਲਵਮੈਂਟ ਆ ਉਹ ਸਰਵੇਲੈਂਸ ਜਿਹੜੀ ਉਹਨਾਂ ਨੇ ਕੀਤੀ ਹੈਗੀ ਇੰਡੀਅਨ ਡਿਪਲੋਮੈਟਸ ਦੀ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਇੰਟੈਲੀਜੈਂਸ ਪ੍ਰੋਵਾਈਡ ਕੀਤੀ ਗਈ ਸੀ ਉਹਨਾਂ ਦੇ ਮੇਜਰ ਐਲਾਈਜ਼ ਵੱਲੋਂ ਜਿਹੜੇ 5 ਆਈਜ਼ ਹੈਗੇ ਆ ਜਿਹਦੇ ਵਿੱਚ ਯੂਐਸ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਖੁਦ ਕੈਨੇਡਾ ਹੈਗਾ। ਤੇ ਇਹ ਜੋ ਆ ਇਹਦੇ ਵਿੱਚ ਕਹਿੰਦੇ ਵੀ ਕਲੀਅਰਲੀ ਪਤਾ ਚੱਲ ਰਿਹਾ ਹੈਗਾ ਵੀ ਇੰਡੀਆ ਦੇ ਗਵਰਨਮੈਂਟ ਆਫੀਸ਼ੀਅਲ ਤੇ ਇੰਡੀਅਨ ਡਿਪਲੋਮੈਟਸ ਦੇ ਵਿੱਚ ਜੋ ਕਮਿਊਨੀਕੇਸ਼ਨ ਚੱਲ ਰਹੀ ਸੀ ਉਹ ਤੋਂ ਇਹ ਪਤਾ ਚੱਲ ਰਿਹਾ ਵੀ ਕਿਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਜਿਹੜਾ ਕਤਲ ਆ ਇਹ ਕਰਾਇਆ ਗਿਆ ਹੈਗਾ। ਜੀ ਬਿਲਕੁਲ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਹੈਗੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਇਹ ਹੈਗਾ ਆ। ਭਾਈ ਨਿੱਜਰ ਹੁਣਾਂ ਨੇ ਕਹਿੰਦੇ ਇੱਕ ਚਿੱਠੀ ਵੀ ਜਿਹੜੀ ਆ ਟਰੂਡੋ ਹੁਣਾਂ ਨੂੰ ਇਸ ਬਾਬਤ ਪਹਿਲਾਂ ਵੀ ਜਿਹੜੀ ਆ ਉਹ ਲਿਖੀ ਸੀ। ਨਿੱਜਰ ਹੁਣਾਂ ਨੇ ਕਿਹਾ ਸੀਗਾ ਵੀ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਭਾਰਤੀ ਸਰਕਾਰ ਆ ਉਹ ਟਾਰਗੇਟ ਜਿਹੜੀ ਆ ਉਹ ਕਰ ਰਹੀ ਆ ਕਿਉਂਕਿ ਉਹ ਸਿੱਖ ਹੋਮਲੈਂਡ ਦੀ ਉੱਥੇ ਗੱਲ ਕਰਦੇ ਨੇ। ਨਿੱਜਰ ਹੁਣਾਂ ਦੀ ਜਿਹੜੀ ਜਾਇਦਾਦ ਨੂੰ ਜ਼ਬਤ ਪਹਿਲਾਂ ਵੀ ਕੁਝ ਸਾਲ ਪਹਿਲਾਂ ਭਾਰਤ ਨੇ ਜਿਹੜਾ ਉਹ ਕਰ ਲਿਆ ਸੀ ਤੇ ਹੁਣ ਫਿਰ ਦੁਬਾਰਾ ਨੋਟਿਸ ਜਿਹੜੇ ਉਹ ਲਾਤੇ। ਪੁਰਾਣੇ ਪਾੜ ਕੇ ਨਵੇਂ ਜਿਹੜੇ ਆ ਉਹਨਾਂ ਨੇ ਲਾਤੇ ਤੇ ਉਹ ਪ੍ਰੋਪੇਗੈਂਡਾ ਜਿਹੜਾ ਉਸ ਤਰੀਕੇ ਦੇ ਨਾਲ ਕਰ ਰਹੇ ਆ ਤੇ ਉਹ ਪ੍ਰੋਪੇਗੈਂਡੇ ਦੇ ਵਿੱਚ ਇੱਕ ਡਰ ਲੋਕਾਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਭਾਈ ਤੁਸੀਂ ਬਾਹਰ ਜਾ ਕੇ ਬੋਲੋ ਨਾ, ਜੇ ਬੋਲਦੇ ਆ ਤੇ ਤੁਹਾਡੇ ਨਾਲ ਅਸੀਂ ਜਿਹੜਾ ਇਹ ਕੁਛ ਕਰ ਰਹੇ ਆ ਤੇ ਉਹ ਹੁਣ ਰਾਜਕਨਵੀਰ ਸਿੰਘ ਜੀ ਇਹ ਵੀ ਖਬਰਾਂ ਆ ਰਹੀਆਂ ਵੀ ਉਹ ਜਿਹੜੀ ਪ੍ਰਾਪਰਟੀ ਆ ਉਹ ਉਹਨਾਂ ਦੇ ਫਾਦਰ ਦੇ ਨਾਮ ਤੇ ਸੀ। ਹਜੇ ਤੱਕ ਉਹਨਾਂ ਦੇ ਨਾਂ ਤੇ ਟ੍ਰਾਂਸਫਰ ਹੀ ਨਹੀਂ। ਸੋ ਤੁਸੀਂ ਜੇ ਇੱਕ ਬੰਦੇ ਨੂੰ ਪਹਿਲੀ ਗੱਲ ਤਾਂ ਬਿਲਕੁਲ ਸ਼ਰੇਆਮ ਝੂਠੇ ਦੋਸ਼ ਲਾ ਕੇ ਕਹਿ ਰਹੇ ਹੋ ਟੈਰਰਿਸਟ ਆ ਤੇ ਜੇ ਤੁਸੀਂ ਉਹਦੇ ਹਿਸਾਬ ਨਾਲ ਉਹਦੇ ਪੇਰੈਂਟਸ ਦੀ ਪ੍ਰਾਪਰਟੀ ਕਿੱਦਾਂ ਜ਼ਬਤ ਕਰ ਸਕਦੇ ਹੈਗੇ ਹਨ? ਕਹਿੰਦੇ ਵੀ ਇਹ ਤਾਂ ਮੁਗਲਾਂ ਦੇ ਰਾਜ ਵਿੱਚ ਵੇਲੇ ਵੀ ਇਦਾਂ ਨਹੀਂ ਹੁੰਦਾ ਸੀ। ਨਾਲੇ 2 ਵਾਰੀ ਕਰ ਰਹੇ ਆ। ਇੱਕ ਵਾਰੀ ਪਹਿਲੋਂ ਕਰ ਹਟੇ ਆ ਇੰਡੀਆ ਵਾਲੇ, ਉਹ ਪਹਿਲੋਂ ਵੀ ਇਹ ਚੀਜ਼ ਕਰ ਹਟੇ ਤੇ ਹੁਣ ਦੂਜੀ ਦੀ ਦੁਬਾਰਾ ਕਰ ਰਹੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਦੇਖੋ ਵੀ ਇੱਥੇ ਨਾ ਇੱਕ ਜਿਹੜਾ ਨਾ ਹੁਣ ਹੋਰ ਮੀਡੀਆ ਦਾ ਉੱਥੇ ਦਾ ਰੋਲ ਵੀ ਆ ਰਿਹਾ ਕੈਨੇਡਾ ਦੇ ਦਾ। ਬਹੁਤ ਸਾਰੇ ਜਿਹੜੇ ਹੁਣ ਮੀਡੀਆ ਦੇ ਵਿੱਚ ਇਹ ਸਵਾਲ ਕਰ ਰਹੇ ਆ
ਵੀ ਯਾਰ ਵਾਸ਼ਿੰਗਟਨ ਪੋਸਟ ਨੇ ਤੇ ਏਡੀ ਤਗੜੀ ਜਿਹੜੀ ਆ ਉਹ ਦੇਖ ਕੇ ਰਿਪੋਰਟ ਵੀ ਜਿਹੜੀ ਉਹ ਛਾਪ ਦਿੱਤੀ, ਜਿੱਦਾਂ ਕੱਲ ਆਪਾਂ ਤੁਹਾਨੂੰ ਦੱਸਿਆ ਸੀਗਾ ਜੀ ਵੀ ਕਿਸ ਤਰੀਕੇ ਦੇ ਨਾਲ ਭਾਈ ਨਿੱਜਰ ਦਾ ਉਹਨਾਂ ਨੇ ਕਤਲ ਕੀਤਾ ਸੀਗਾ, ਵੀ ਉਹ ਕੱਲੀ ਉਹਨਾਂ ਦੇ ਕੋਲ ਸਰਵੇਲੈਂਸ ਫੁਟੇਜ ਜਿਹੜੀ ਉਹਨਾਂ ਨੂੰ ਪ੍ਰਾਪਤ ਹੋਈ, ਤੇ ਉਹਦੇ ਬਾਬਤ ਕਹਿੰਦੇ ਵੀ ਉੱਥੇ ਦੀਆਂ ਇੰਨੀਆਂ ਵੱਡੀਆਂ ਅਖਬਾਰਾਂ ਤੇ ਸੋ ਕਾਲਡ ਜਿਹੜੇ ਅਦਾਰੇ ਆ, ਉਹ ਇਸ ਦੇ ਵਿੱਚ ਕੋਈ ਚੰਗੀ ਤਰੀਕੇ ਦੇ ਨਾਲ ਉਹ ਕਵਰ ਹੀ ਨਹੀਂ ਕਰ ਸਕੇ। ਕੀ ਉਹਦੇ ਵਿੱਚ ਵੀ ਕੋਈ ਪਿੱਛੇ ਰਾਜ਼ ਆ ਵੀ ਕਿਉਂ, ਕੀ ਕੋਈ ਇਨਫਲੂਐਂਸ ਆ ਜਿਹਦੇ ਤਹਿਤ ਉਹਨਾਂ ਨੇ ਗੱਲ ਨਹੀਂ ਕੀਤੀ? ਅਜੇ ਤੱਕ ਕੋਈ ਦੇਖੋ ਅਰੈਸਟ ਨਹੀਂ ਕੀਤੀ ਆਰਸੀਐਮਪੀ ਆ, ਤੇ ਚਾਹੇ ਜਿਹੜੀ ਉੱਥੇ ਦੀ ਪੁਲਿਸ ਆ, ਉਹਨਾਂ ਨੇ ਕੋਈ ਵੀ ਬੰਦਾ ਇਸ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ 'ਚ ਕਹਿੰਦੇ ਵੀ ਅਜੇ ਗ੍ਰਿਫਤਾਰ ਨਹੀਂ ਜਿਹੜਾ ਉਹ ਹੋਇਆ ਹੈਗਾ। 6 ਜਾਣਿਆਂ ਦੀ ਮਿਲੀ ਭੁਗਤ, ਪੂਰਾ ਕੋਆਰਡੀਨੇਟਿਡ ਅਟੈਕ, ਕਿੱਦਾਂ ਗੱਡੀ ਉਹਨਾਂ ਦੇ ਟਰੱਕ ਦੇ ਮੂਹਰੇ ਪਿੱਕੇ ਦੇ ਮੂਹਰੇ ਜਿਹੜਾ ਰੋਕ ਕੇ ਫਿਰ 2 ਜਾਣੇ ਆਉਂਦੇ ਆ ਸਾਈਡਾਂ ਤੋਂ, ਉਹ ਜਿਹੜੀਆਂ ਗੋਲੀਆਂ ਮਾਰਦੇ ਆ, 50 ਗੋਲੀਆਂ ਚਲਾਉਂਦੇ, 34 ਗੋਲੀਆਂ ਉਹਨਾਂ ਦੇ ਲੱਗਦੀਆਂ ਆ, ਤੇ ਫਿਰ ਉਹਨਾਂ ਦਾ ਜਿਹੜੀ ਉਹ ਮੌਤ ਹੋ ਜਾਂਦੀ ਹੈ, ਕਤਲ ਕਰ ਦਿੱਤਾ ਜਾਂਦਾ ਉਹਨਾਂ ਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉੱਥੇ ਜਿਹੜਾ ਹੁਣ ਕੁਛ ਕੁ ਜਿਹੜੇ ਸੁਹਿਰਦ ਪੱਤਰਕਾਰ ਆ, ਉਹ ਇੱਕ ਸਵਾਲ ਜਿਹੜਾ ਉਹ ਕਰ ਰਹੇ ਆ ਵੀ ਭਾਈ ਤੁਹਾਡੀ ਜਿਹੜੀ ਕਵਰੇਜ ਕਿੱਥੇ ਆ? ਵੀ ਬਾਹਰ ਦੇ ਨਾਲ ਦਾ ਜਿਹੜਾ ਮੁਲਕ ਆ, ਉਹ ਤਾਂ ਵਧੀਆ ਕਵਰੇਜ ਜਿਹੜੀ ਇਸ ਚੀਜ਼ ਦੇ ਵਿੱਚ ਪੇਸ਼ ਕਰ ਰਿਹਾ, ਵੀ ਤੁਸੀਂ ਸੁੱਤੇ ਜਿਹੜੇ ਉਹ ਕਿਉਂ ਰਹਿ ਗਏ ਹੈਗੇ ਆ? ਜੀ ਸੋ ਬਿਲਕੁਲ, ਸੋ ਆਪਾਂ ਉਹਨਾਂ ਦਾ ਜੋ ਪਿਛਲੇ ਐਤਵਾਰ ਨੂੰ ਜਗਮੀਤ ਸਿੰਘ ਹੋਣੀ ਜੋ ਐਨਡੀਪੀ ਦੇ ਲੀਡਰ ਆ, ਦੇਖੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਤਾਂ ਆਲਰੇਡੀ ਕਹਿ ਦਿੱਤਾ ਹੈ ਵੀ ਮੇਰੇ ਕੋਲ ਪ੍ਰੂਫ ਹੈਗੇ ਆ ਪੂਰੇ। ਹੁਣ ਜੋ ਐਨਡੀਪੀ ਦੇ ਲੀਡਰ ਹੈਗੇ ਆ, ਜਿਨ੍ਹਾਂ ਨੇ ਖੁਦ ਐਵੀਡੈਂਸ ਦੇਖੇ ਆ, ਕਿਉਂਕਿ ਉਹਨਾਂ ਦੀ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਹੋਈ ਆ, ਉਹਨਾਂ ਨੇ ਜੋ ਭਾਸ਼ਣ ਦਿੱਤਾ ਆ ਗੁਰਦੁਆਰਾ ਸਾਹਿਬ ਸਰੀ ਵਿਖੇ ਪਿਛਲੇ ਐਤਵਾਰ ਨੂੰ, ਤੇ ਉਹ ਆਪਾਂ ਤੁਹਾਨੂੰ ਜਿਹੜਾ ਆ ਸੁਣਾਣੇ ਹੈਗੇ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦੀ ਹਾਂ ਕਿ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਰੂਬਰੂ ਹੋਣ। ਨਾਲ ਦੇ ਨਾਲ ਮੈਂ ਸ਼ੁਰੂਆਤ ਕਰਨਾ ਕਿ ਮੈਂ ਤੁਹਾਡੇ ਦੁੱਖ ਵਿੱਚ ਸ਼ਰੀਕ ਹਾਂ। ਮੈਨੂੰ ਪਤਾ ਕਿ ਸਿੱਖੀ ਤੌਰ ਤੋਂ ਆਪਾਂ ਜੇ ਕੋਈ ਪੂਰੇ ਹੁੰਦੇ ਨੇ, ਆਪਾਂ ਚੜ੍ਹਦੀ ਕਲਾ ਦੇ ਵਾਸਤੇ ਦੇ ਵਿੱਚ ਆਪਾਂ ਫਤਿਹ ਬੁਲਾਉਂਦੇ ਹਾਂ, ਪਰ ਫੇਰ ਵੀ ਮੰਨਣਾ ਪੈਂਦਾ ਕਿ ਇਨਸਾਨੀਅਤ ਤੌਰ ਤੇ ਦੁੱਖ ਵੀ ਮਹਿਸੂਸ ਹੁੰਦਾ, ਤੇ ਮੈਂ ਤੁਹਾਡੇ ਦੁੱਖ ਵਿੱਚ ਸ਼ਰੀਕ ਹਾਂ। ਤੇ ਆਪਾਂ ਇਹ ਗੱਲ ਇੱਕ ਵਾਰੀ ਸਾਫ਼ ਕਹੀਏ ਇੱਕ ਵਾਰੀ ਫੇਰ ਕਿ ਕੈਨੇਡੀਅਨ ਇੰਟੈਲੀਜੈਂਸ ਹੈ ਕਿ ਕੈਨੇਡੀਅਨ ਨਿਵਾਸੀ ਨੂੰ ਕੈਨੇਡੀਅਨ ਧਰਤੀ ਦੇ ਉੱਤੇ ਕਤਲ ਕੀਤਾ, ਤੇ ਉਹਦੇ ਹੱਥ ਇੰਡੀਅਨ ਸਰਕਾਰ ਉਹਦੇ ਵਿੱਚ ਇਨਵੋਲਵਡ ਨੇ। ਇਹ ਬਹੁਤ ਹੀ ਇੱਕ ਬੁਰੀ ਇਲਜ਼ਾਮ ਆ, ਇਲਜ਼ਾਮ ਵੀ ਨਹੀਂ, ਇਹ ਇੰਟੈਲੀਜੈਂਸ ਆ। ਤੇ ਇਹ ਗੱਲ ਸੁਣ ਕੇ ਪਹਿਲੀ ਵਾਰ ਜਦੋਂ ਮੈਂ ਸੁਣਿਆ, ਮੈਨੂੰ ਗੁੱਸਾ ਵੀ ਬਹੁਤ ਚੜਿਆ ਕਿ ਇਹੋ ਜਿਹਾ ਘਟਨਾ ਇੱਥੇ ਕੈਨੇਡਾ 'ਚ ਕਿੱਦਾਂ ਹੋ ਸਕਿਆ। ਤੇ ਸਾਨੂੰ ਸਾਰਿਆਂ ਨੂੰ ਪਤਾ ਆ, ਮੈਨੂੰ ਵੀ ਪਤਾ, ਸ਼ੁਰੂ ਬਹੁਤ ਬਚਪਨ ਤੋਂ ਪਤਾ ਸੀ ਕਿ ਜੇ ਆਪਾਂ ਇੰਡੀਅਨ ਸਰਕਾਰ ਦੀ ਨਿਖੇਧੀ ਕਰੀਏ ਤਾਂ ਵੀਜ਼ਾ ਵੀ ਡਿਨਾਈ ਹੋ ਸਕਦਾ, ਜਾਂ ਤੁਸੀਂ ਵਾਪਸ ਜਾ ਕੇ ਉੱਥੇ ਖਤਰਾ ਵੀ ਹੋ ਸਕਦਾ। ਪਰ ਬਹੁਤ ਹੀ ਸਾਰੇ ਲੋਕ, ਇਕੱਲੇ ਸਿੱਖ ਨਹੀਂ, ਬਹੁਤ ਹੀ ਸਾਰੇ ਲੋਕ ਜਿਹੜੇ ਜ਼ੁਲਮੀ ਸਰਕਾਰਾਂ ਤੋਂ ਛੱਡ ਕੇ ਕੈਨੇਡਾ ਆਏ, ਉਹਨੂੰ ਏਦਾਂ ਮਹਿਸੂਸ ਸੀ ਕਿ ਕੈਨੇਡਾ ਇੱਕ ਸੁਰੱਖਿਅਤ ਦੇਸ਼ ਹੈ, ਇੱਥੇ ਆਪਣੇ ਕੋਲ ਆਜ਼ਾਦੀ ਆ, ਇੱਥੇ ਸਾਡੇ ਕੋਲ ਹੱਕ ਹੈਗੇ। ਸੋ ਬਹੁਤ ਹੀ ਮਹਿਸੂਸ ਹੋਇਆ ਜਦੋਂ ਪ੍ਰਧਾਨ ਮੰਤਰੀ ਇੱਕ G7 ਨੇਸ਼ਨ ਦਾ ਉਹਨੇ ਇਹ ਇਨਫੋਰਮੇਸ਼ਨ ਸਾਂਝੀ ਕੀਤੀ ਆ। ਬਹੁਤ ਕੁਝ ਹੋਇਆ, ਮੈਨੂੰ ਡਾਇਰੈਕਟਲੀ ਮਹਿਸੂਸ ਕਾਫੀ ਜ਼ਿਆਦਾ ਹੋਇਆ। ਮੈਂ ਹਰਦੀਪ ਸਿੰਘ ਜੀ, ਭਾਈ ਹਰਦੀਪ ਸਿੰਘ ਜੀ ਦੇ ਪਰਿਵਾਰ ਦਾ ਤੇ ਉਹਦੇ ਫੈਮਿਲੀ ਦਾ ਸੋਚਦਾ ਕਿ ਕਿੱਦਾਂ ਮਹਿਸੂਸ ਹੋਣਾ, ਬਹੁਤ ਮੁਸ਼ਕਲ ਹੋਣਾ। ਸੋ ਇਹ ਪਹਿਲੇ ਇੱਥੇ ਮੈਂ ਸ਼ੁਰੂ ਕਰਨਾ ਚਾਹੁੰਦਾ ਸੀਗਾ। ਇਹ ਤੋਂ ਇਲਾਵਾ ਮੈਂ ਤੁਹਾਨੂੰ ਥੋੜਾ ਜਿਹਾ ਹੌਸਲਾ ਦੇਣਾ ਚਾਹੁੰਦਾ ਕਿ ਮੈਂ ਪਾਰਲੀਮੈਂਟ ਹੈਗਾ ਆ, ਤੇ ਮੈਂ ਤੇ ਸਾਡੀ ਟੀਮ ਦੀ ਮਕਸਦ ਆ, ਸਾਡੇ ਗੋਲ ਆ ਕਿ ਇਹਦੇ ਵਿੱਚ ਇਨਸਾਫ ਮਿਲੇ, ਤੇ ਇਸ ਇਨਸਾਫ ਵਾਸਤੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ, ਇੱਕ ਇਨਵੈਸਟੀਗੇਸ਼ਨ ਹੋ ਰਿਹਾ, ਤੇ ਮੈਨੂੰ ਵੀ ਬਰੀਫਿੰਗ ਮਿਲੀ ਹੈ, ਤੇ ਜੋ ਪਬਲਿਕ 'ਚ ਆਇਆ ਹੁਣ ਤੱਕ ਕਿ ਕੈਨੇਡੀਅਨ ਇੰਟੈਲੀਜੈਂਸ ਹੈ,
ਉਹਦੇ ਆਪਾਂ ਯਕੀਨ ਕਰ ਸਕਦੇ ਕਿ ਇੰਟੈਲੀਜੈਂਸ ਹੈ। ਤੇ ਇਹ ਬਹੁਤ ਹੀ ਸੀਰੀਅਸ ਗੱਲ ਆ। ਤੇ ਹੁਣ ਜਿਹੜਾ ਅਗਲੀ ਕਦਮ ਕੀ ਆ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ, ਉਹਦੇ ਸੰਗਤ ਵੱਲੋਂ ਕਾਫੀ ਸਵਾਲ ਪੁੱਛੇ ਗਏ ਤੇ ਉਹਦੇ ਮੈਂ ਕੋਸ਼ਿਸ਼ ਕਰੂੰਗਾ ਜਵਾਬ ਦੇਣ ਨੂੰ। ਪਹਿਲੀ ਇਹ ਗੱਲ ਜਿਹੜੀ ਸਵਾਲ ਜਿਹੜੀ ਉੱਠੀ ਸੀ ਕਿ ਡਿਲੇ ਕਾਫੀ ਲੱਗਦੀ ਹੈ, ਕਿ ਕਾਫੀ ਦੇਰ ਲੱਗ ਰਿਹਾ। ਇਹਦੇ ਵਿੱਚ ਮੈਂ ਤੁਹਾਨੂੰ ਇਹ ਜਵਾਬ ਦੇਣਾ ਚਾਹੁੰਦਾ ਕਿ ਇਨਵੈਸਟੀਗੇਸ਼ਨ ਇੰਨੀ ਸੀਰੀਅਸ ਹੈ, ਇੰਨੀ ਗੰਭੀਰ ਹੈ ਕਿ ਇਨਵੈਸਟੀਗੇਸ਼ਨ ਵਾਸਤੇ ਸਮਾਂ ਲੱਗਦਾ ਆ। ਤੇ ਉਹ ਇਨਵੈਸਟੀਗੇਸ਼ਨ ਹੋ ਰਿਹਾ, ਮੈਨੂੰ ਅਸ਼ੋਰੈਂਸਸ ਮਿਲ ਰਹੇ ਨੇ ਤੇ ਮੈਂ ਪੁੱਛੀ ਜਾਂਦਾ ਆ ਕਿ ਇਹਦੇ ਚ ਬਹੁਤ ਸਹੀ ਤਰੀਕੇ ਨਾਲ, ਸਖਤ ਤਰੀਕੇ ਨਾਲ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਹੈ। ਤੇ ਜਿੰਨੇ ਵੀ ਇਹਦੇ ਚ ਸ਼ਾਮਲ ਨੇ, ਇਸ ਕਤਲ ਦੇ ਵਿੱਚ ਸ਼ਾਮਲ ਨੇ, ਜਿੰਨੇ ਵੀ ਹੈਗੇ, ਉਹਨੂੰ ਫੜੇ ਜਾਣੇ ਚਾਹੀਦਾ ਤੇ ਉਹ ਪੂਰੀ ਕੈਨੇਡੀਅਨ ਜਿਹੜੇ ਸਾਡੇ ਕਾਨੂੰਨੀ ਸਿਸਟਮ ਹੈ ਉਹਦੀ ਪੂਰੀ ਭਾਰ ਦਾ ਸਜ਼ਾ ਹੋਣਾ ਚਾਹੀਦਾ ਆ। ਸੋ ਆਪਣਾ ਇਹ ਫੋਕਸ ਹੈ, ਆਪਾਂ ਇੱਥੇ ਧਿਆਨ ਦੇ ਰਹੇ ਹਾਂ। ਦੂਜੀ ਗੱਲ ਹੈ ਕਿ ਸੰਗਤ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਫਲਾਈਟ ਰਿਸਕ, ਕਿ ਲੋਕਾਂ ਨੂੰ ਸ਼ੱਕ ਹੈ ਕਿ ਜਿਹੜੇ ਸ਼ਾਮਲ ਸੀ ਉਹ ਨੱਠ ਕੇ ਤਾਂ ਚਲੇ ਗਏ ਤਾਂ ਨਹੀਂ। ਉਹਦੇ ਵਿੱਚ ਸਾਨੂੰ ਵੀ ਇਹ ਸ਼ੱਕ ਸੀ ਤਾਂ ਆਪਾਂ ਸਵਾਲ ਪੁੱਛਿਆ, ਸਾਨੂੰ ਜਵਾਬ ਮਿਲਿਆ ਕਿ ਇਹ ਸਾਰੇ ਸਿਕਿਉਰਿਟੀ ਫੋਰਸਿਸ ਦੇ ਧਿਆਨ 'ਚ ਹੈ ਤੇ ਕਹਿ ਰਹੇ ਨੇ ਕਿ ਆਪਾਂ ਹੈਂਡਲ ਕਰ ਰਹੇ ਹਾਂ ਇਸ ਸਵਾਲ ਨੂੰ। ਤੇ ਸਾਨੂੰ ਹੁਣ ਤੱਕ ਇਹ ਅਸ਼ੋਰੈਂਸਸ ਮਿਲੀਆਂ ਕਿ ਇਹ ਪੂਰੇ ਇਸ ਗੱਲ ਦੇ ਉੱਤੇ ਜ਼ੋਰ ਪਾ ਰਹੇ ਨੇ। ਸੋ ਇਹ ਅਸ਼ੋਰੈਂਸ ਸਾਨੂੰ ਹੁਣ ਤੱਕ ਮਿਲੀ ਹੈ। ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿ ਇਹ ਜੋ ਕੈਨੇਡੀਅਨ ਨਿਵਾਸੀ ਉੱਤੇ ਹਮਲਾ ਹੋਇਆ, ਹੋਣਾ ਕੀ ਚਾਹੀਦਾ ਕਿ ਹਰੇਕ ਪਾਰਟੀ ਤੋਂ, ਇਹ ਕੋਈ ਪਾਰਟੀ ਦਾ ਮਸਲਾ ਨਹੀਂ ਹੋਣਾ ਚਾਹੀਦਾ। ਇਹ ਯੂਨਿਟੀ ਵਾਲਾ ਸਮਾਂ ਹੈਗਾ ਕਿ ਜੇ ਕੈਨੇਡੀਅਨ ਨਿਵਾਸੀ ਨੂੰ ਇਹੋ ਜਿਹਾ ਬਾਹਰਲੇ ਮੁਲਕ ਤੋਂ ਇਹੋ ਜਿਹਾ ਹੋਇਆ ਤਾਂ ਹਰੇਕ ਪਾਰਟੀ, ਹਰੇਕ ਪੋਲੀਟੀਕਲ ਸਿਆਸਤ ਤੌਰ ਤੋਂ ਹਰੇਕ ਤੇ ਯੂਨਿਟੀ ਹੋਣੀ ਚਾਹੀਦੀ ਹੈ ਕਿ ਇਹ ਗਲਤ ਆ ਤੇ ਇਹਦੀ ਪੂਰੀ ਖੋਜ ਕੀਤੀ ਜਾਵੇ ਤੇ ਇਹਦੇ ਚ ਇਨਸਾਫ ਮਿਲੇ। ਤੇ ਜਿਹੜੀ ਹੁਣ ਕੰਸਰਵੇਟਿਵ ਅਪਰੋਚ ਆ, ਮੈਂ ਬਾਲਾ ਉਹਨਾਂ ਦੇ ਧਿਆਨ ਨਹੀਂ ਦੇਣਾ ਚਾਹੁੰਦਾ ਇਸ ਵਕਤ, ਪਰ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੀ ਮੈਚੁਰਿਟੀ ਨਹੀਂ ਆ ਤੇ ਯੂਨਿਟੀ ਨਹੀਂ ਦਿਖਾ ਰਹੇ ਨੇ, ਜੋ ਕਿ ਪਿੱਛੇ ਹਟ ਰਹੇ ਨੇ। ਤੇ ਤੁਸੀਂ ਆਪਣੇ ਵੱਲੋਂ ਤੇ ਗੁਰਦੁਆਰੇ ਕਮੇਟੀਆਂ ਵੱਲੋਂ ਵਧੀਆ ਤਰੀਕੇ ਨਾਲ ਤੁਸੀਂ ਪ੍ਰੈਸ਼ਰ ਪਾ ਰਹੇ ਹੋ ਕਿ ਮੈਚੁਰ ਰਿਸਪੌਂਸ ਹੋਣਾ ਚਾਹੀਦਾ। ਯੂਨਿਟੀ ਦਾ ਮੌਕਾ ਹੈਗਾ ਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣੇ ਚਾਹੀਦੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਰੇਕ ਕੈਨੇਡੀਅਨ ਨਿਵਾਸੀ ਨੂੰ ਫਿਕਰ ਹੋਣਾ ਚਾਹੀਦਾ ਕਿ ਬਾਹਰਲੇ ਮੁਲਕ ਦੇ ਵਿੱਚ, ਬਾਹਰਲੇ ਮੁਲਕ ਦਾ ਇਨਵੋਲਵਮੈਂਟ ਹੋਇਆ ਇੱਕ ਕੈਨੇਡੀਅਨ ਨਿਵਾਸੀ ਨੂੰ ਕੈਨੇਡੀਅਨ ਧਰਤੀ ਉੱਤੇ ਮਾਰਨ ਦੇ ਵਿੱਚ, ਤਾਂ ਹਰੇਕ ਕੈਨੇਡੀਅਨ ਨੂੰ ਦਰਦ ਹੋਣਾ ਚਾਹੀਦਾ, ਹਰੇਕ ਕੈਨੇਡੀਅਨ ਨੂੰ ਇਹਦੇ ਬਾਰੇ ਫਿਕਰ ਹੋਣਾ ਚਾਹੀਦਾ। ਸੋ ਇਹ ਪੇ ਆਪਾਂ ਇਹ ਗੱਲ ਕਹਿੰਦੇ ਆ। ਨਾਲ ਦੇ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਇਹ ਪਤਾ ਲੱਗਿਆ ਉਸੇ ਵਕਤ ਫਿਰ ਆਪਾਂ ਤਿਆਰ ਕੀਤਾ ਇੱਕ ਚਿੱਠੀ ਤੇ ਇੱਕ ਮੌਜੂਦਾ ਪਬਲਿਕ ਇਨਕੁਆਇਰੀ ਚੱਲ ਰਿਹਾ। ਉਹ ਪਬਲਿਕ ਇਨਕੁਆਇਰੀ ਚੱਲ ਰਿਹਾ ਕਿ ਫੋਰਨ ਇੰਟਰਫੀਰੈਂਸ ਕੈਨੇਡਾ ਦੇ ਇਲੈਕਸ਼ਨ ਦੇ ਵਿੱਚ ਹੋਇਆ। ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਸ਼ੇਅਰ ਕੀਤਾ ਸੀਗਾ ਪਾਰਲੀਮੈਂਟ ਦੇ ਵਿੱਚ ਤੇ ਮੈਨੂੰ ਜਦੋਂ ਖੁਦ ਦੱਸਿਆ ਸੀ, ਤਾਂ ਫਿਰ ਅਸੀਂ ਨਾਲ ਦੇ ਨਾਲ ਤਿਆਰ ਕੀਤਾ ਚਿੱਠੀ ਕਿ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਡੀਅਨ ਸਰਕਾਰ ਨੂੰ ਵੀ ਇੰਕਲੂਡ ਕਰਨਾ ਚਾਹੀਦਾ ਉਸ ਪਬਲਿਕ ਇਨਕੁਆਇਰੀ ਦੇ ਵਿੱਚ। ਤੇ ਸਾਨੂੰ ਪੂਰੀ ਉਮੀਦ ਹੈ ਕਿ ਇੰਕਲੂਡ ਕੀਤਾ ਜਾਊਗਾ, ਨਾਲੇ ਕਰਨਾ ਚਾਹੀਦਾ ਵੀ ਹੈਗਾ। ਹੁਣ ਕੁਝ ਮੇਰੇ ਸਲਾਹ ਨੇ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਤੁਹਾਨੂੰ ਹੁਣ ਤੱਕ ਤੁਸੀਂ ਦੇਖਿਆ ਹੋਣਾ ਕਿ ਇੰਡੀਅਨ ਸਰਕਾਰ ਨੇ ਤੇ ਇੰਡੀਅਨ ਮੀਡੀਆ ਦੇ ਵਿੱਚ ਸਿੱਖਾਂ ਨੂੰ ਭੜਕਾਉਣ ਦਾ ਕੋਸ਼ਿਸ਼ ਹੋ ਰਿਹਾ ਤੇ ਇਹ ਜਾਣਬੁੱਝ ਕੇ ਹੋ ਰਿਹਾ, ਡਿਸਟਰੈਕਟ ਕਰਨ ਵਾਸਤੇ। ਤੇ ਅੰਗਰੇਜ਼ੀ ਆਪਾਂ ਕਹਿੰਦੇ ਆ ਡੋਨਟ ਟੇਕ ਦ ਬੇਟ। ਆਪਾਂ ਉਹ ਜਿਹੜੇ ਕੋਸ਼ਿਸ਼ ਕਰਨ ਨੇ ਡਿਸਟਰੈਕਟ ਕਰਨ ਨੂੰ, ਭੜਕਾਉਣ ਨੂੰ, ਉਹ ਆਪਾਂ ਸੁਣਨਾ ਨਹੀਂ ਹੈਗਾ, ਨਾ ਉਹਦੇ ਜਵਾਬ ਦੇਣਾ, ਕਿਉਂਕਿ ਇਹ ਇੱਕ ਬਹੁਤ ਹੀ ਸੀਰੀਅਸ ਮਸਲਾ ਹੈਗਾ ਆ। ਕੈਨੇਡਾ ਸੀਰੀਅਸਲੀ ਲੈ ਰਹੇ ਨੇ, ਸਾਡੇ ਐਲਾਈਜ਼ ਵੀ ਸੀਰੀਅਸਲੀ ਲੈ ਰਹੇ ਨੇ। ਜਿਹੜਾ ਮਿਸ ਇਨਫੋਰਮੇਸ਼ਨ, ਜਿਹੜਾ ਗਲਤ ਗਵਾਹੀ ਇੰਡੀਅਨ ਸਰਕਾਰ ਤੋਂ ਆ ਰਹੀ ਹੈ, ਉਹਨੂੰ ਨਾ ਸੁਣੋ। ਨਾ ਸਾਨੂੰ ਜੋ ਚਾਹੁੰਦੇ ਨੇ ਜਾਣ ਕੇ, ਜਿਹੜੇ ਭੜਕਾਉਂਦੇ ਨੇ ਜਾਣ ਕੇ ਚਾਹੁੰਦੇ ਨੇ ਕਿ ਕੋਈ ਗਲਤ ਜਵਾਬ ਆਵੇ ਜਾਂ ਗਲਤ ਬਿਆਨ ਵੀ ਨਿਕਲੇ, ਉਹ ਜਾਣ ਕੇ ਕਰ ਰਹੇ ਨੇ। ਤੇ ਸਾਨੂੰ ਧਿਆਨ ਨਾਲ ਇਸ ਫੋਕਸ ਹੋਣਾ ਚਾਹੀਦਾ ਕਿ ਇਨਵੈਸਟੀਗੇਸ਼ਨ ਕੈਨੇਡੀਅਨ ਲੋਕਤੰਤਰ ਸਮਾਜ ਦੇ ਵਿੱਚ, ਕਾਨੂੰਨੀ ਸਮਾਜ ਦੇ ਵਿੱਚ ਇਹ ਕੀਤਾ ਜਾਊਗਾ ਤੇ ਕਾਨੂੰਨੀ ਫੈਸਲਾ ਇਹਦੇ ਹੋਊਗਾ। ਤੇ ਮੈਂ ਤੁਹਾਨੂੰ ਇਹ
ਹੌਸਲਾ ਦੇਣਾ ਚਾਹੁੰਦਾ ਕਿ ਮੈਂ ਉੱਥੇ ਹੈਗਾ ਆ, ਮੈਨੂੰ ਵੀ ਦਰਦ ਹੈ ਕਿ ਜੋ ਹੋਇਆ, ਤੇ ਮੈਂ ਪੂਰੀ ਜਿੰਨਾ ਕੁ ਮੇਰਾ ਜ਼ੋਰ ਹੈਗਾ ਆ, ਜਿੰਨਾ ਕੁ ਮੇਰੇ ਕਾਬਲੀਅਤ ਆ, ਮੈਂ ਉਹ ਵਰਤ ਰਿਹਾ ਕਿ ਇਹਦੇ ਚ ਇਨਸਾਫ ਮਿਲੇ। ਇੱਕ ਅਖੀਰਲੀ ਬੇਨਤੀ ਹੈ ਕਿ ਇਸ ਬਹੁਤ ਹੀ ਸੀਰੀਅਸ ਇਸ਼ੂ ਨੂੰ ਆਪਾਂ ਸੀਰੀਅਸ ਲੈਣ ਵਾਸਤੇ ਸਾਡਾ ਧਿਆਨ ਇਹ ਹੋਣਾ ਚਾਹੀਦਾ ਕਿ ਫੋਕਸ ਸਾਡਾ ਹੈਗਾ ਆ, ਨਿਸ਼ਾਨਾ ਇੰਡੀਅਨ ਸਰਕਾਰ ਆ, ਇੰਡੀਅਨ ਸਰਕਾਰ ਦੇ ਇਨਵੋਲਵਮੈਂਟ ਹੈ, ਉਹ ਆਪਾਂ ਲੈਂਗੁਏਜ ਕਲੀਅਰ ਰੱਖੀਏ। ਇੰਡੀਅਨ ਸਰਕਾਰ ਦੀ ਨਿਖੇਧੀ ਆ, ਤੇ ਜੋ ਚਾਹੁੰਦੇ ਨੇ ਥੋੜੀ ਜਿਹੀ ਡਿਸਟਰੈਕਟ ਕਰਨ, ਉਹ ਡਿਵੀਜ਼ਨਸ ਪਾਉਣਗੇ, ਡਿਵਾਈਡ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਆਪਾਂ ਉਸ ਪਾਸੇ ਨਾ ਚੱਲੀਏ। ਫੋਕਸ ਹੋਣਾ ਚਾਹੀਦਾ ਕਿ ਇੱਕ ਇੰਡੀਅਨ ਸਰਕਾਰ ਨੇ ਇੱਕ ਬਹੁਤ ਵੱਡਾ ਕੈਨੇਡੀਅਨ ਸੋਵਰਨਟੀ ਤੇ ਹਮਲਾ ਕੀਤਾ, ਉਹਦੇ ਉੱਤੇ ਆਪਾਂ ਧਿਆਨ ਦੇਈਏ, ਉੱਥੇ ਨਿਖੇਧੀ ਰੱਖੀਏ ਤੇ ਉੱਥੇ ਆਪਾਂ ਇਨਸਾਫ ਮੰਗਾਂਗੇ। ਇਹਨਾਂ ਕਹਿ ਕੇ ਮੈਂ ਬਾਲਾ ਸਮਾਂ ਨਹੀਂ ਲੈਣਾ ਚਾਹੁੰਦਾ ਸੀਗਾ, ਮੈਂ ਤੁਹਾਨੂੰ ਹੌਸਲਾ ਦੇਣਾ ਸੀ ਕਿ ਮੈਂ ਉੱਥੇ ਹੈਗਾ ਆ, ਆਪਾਂ ਕੰਮ ਵੀ ਕਰ ਰਹੇ ਆ, ਤੇ ਇਹ ਬਹੁਤ ਹੀ ਸੀਰੀਅਸ ਮਸਲਾ ਹੈਗਾ ਆ, ਤੇ ਸੀਰੀਅਸਲੀ ਆਪਾਂ ਲੈ ਰਹੇ ਆ। ਤੇ ਹੁਣ ਤੱਕ ਸਾਨੂੰ ਇੰਸ਼ੋਰੈਂਸਸ ਇਹ ਮਿਲੀਆਂ ਨੇ, ਤੇ ਆਪਾਂ ਪੁੱਛਦੇ ਰਵਾਂਗੇ। ਤੇ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ, ਜੇ ਤੁਹਾਡੇ ਕੋਈ ਵੀ ਸ਼ੱਕ ਹੋਵੇ, ਤੁਸੀਂ ਸਾਡੇ ਤੱਕ ਪਹੁੰਚਾ ਦਿਓ, ਸਾਡੇ ਦਫ਼ਤਰ ਤੱਕ ਪਹੁੰਚਾ ਦਿਓ, ਤੁਸੀਂ ਗੁਰਦੁਆਰਾ ਕਮੇਟੀ ਦੇ ਮੈਂਬਰ ਤੱਕ ਪਹੁੰਚਾ ਦਿਓ, ਤੇ ਸਾਨੂੰ ਮਿਲੂਗਾ, ਤੇ ਆਪਾਂ ਉਹ ਸਵਾਲ ਪੁੱਛਾਂਗੇ, ਉੱਥੇ ਪ੍ਰੈਸ਼ਰ ਆਪਾਂ ਪਾਵਾਂਗੇ। ਪਰ ਤੁਸੀਂ ਇਹਦੇ ਜ਼ਰੂਰ ਭਰੋਸਾ ਰੱਖੋ, ਮੈਂ ਉੱਥੇ ਹੈਗਾ ਆ ਜੀ, ਮੈਨੂੰ ਸੇਵਾ ਦਾ ਮੌਕਾ ਮਿਲਿਆ, ਤੇ ਮੈਂ ਬਹੁਤ ਇਸ ਸੇਵਾ ਨੂੰ ਸੀਰੀਅਸਲੀ ਸਮਝਦਾ ਆ ਕਿ ਮੈਨੂੰ ਸੇਵਾ ਦਾ ਮੌਕਾ ਮਿਲਿਆ ਕਿ ਮੈਂ ਜੋ ਮਨੁੱਖੀ ਅਧਿਕਾਰਾਂ ਕਿਸੇ ਨਾਲ ਵੀ ਧੱਕਾ ਹੋਵੇ, ਆਪਣੀ ਸਿੱਖੀ ਸੋਚ ਆ ਕਿ ਆਪਾਂ ਇੱਕ ਓਮਕਾਰ ਦੀ ਪ੍ਰੇਮੀ ਹੈਗੇ ਆ, ਆਪਾਂ ਸਰਬੱਤ ਦਾ ਭਲਾ ਮੰਗਦੇ ਆ, ਤੇ ਕਿਸੇ ਕੌਮ ਨਾਲ, ਕਿਸੇ ਘੱਟ ਗਿਣਤੀ ਕੌਮ ਨਾਲ ਧੱਕਾ ਹੁੰਦੀ ਆ ਤਾਂ ਆਪਾਂ ਆਵਾਜ਼ ਉਠਾਉਂਦੇ ਆ, ਤੇ ਜੇ ਸਿੱਖਾਂ ਨਾਲ ਵੀ ਉੱਥੇ ਵੀ ਆਪਾਂ ਆਵਾਜ਼ ਉਠਾਉਂਦੇ ਆ। ਸੋ ਇਹਨਾਂ ਕਹਿ ਕੇ ਇੱਕ ਵਾਰੀ ਫੇਰ ਬਹੁਤ ਧੰਨਵਾਦ, ਤੁਸੀਂ ਇਹਨੇ ਧਿਆਨ ਨਾਲ ਮੇਰੀ ਗੱਲ ਸੁਣੀ ਹੈ। ਮਾਫੀ ਹੈ, ਮੈਂ ਆਪਣੀ ਬੇਟੀ, ਅੱਜ ਮੇਰੀ ਜ਼ਿੰਮੇਵਾਰੀ ਦਾ ਦਿਨ ਸੀ ਕਿ ਮੈਂ ਨਾਂ ਲੈ ਕੇ ਆਏ ਅਨਹਦ ਕੌਰ ਨੂੰ, ਤੇ ਚਲੋ ਆਪਾਂ ਸਾਰਾ ਕੁਝ ਬੇਟੀਆਂ ਬੱਚਿਆਂ ਵਾਸਤੇ ਕਰਦੇ ਆ। ਭਵਿੱਖ ਆਪਾਂ ਚਾਹੁੰਦੇ ਆ ਕਿ ਹਰੇਕ ਨੂੰ ਆਜ਼ਾਦੀ ਮਿਲੇ, ਹਰੇਕ ਨੂੰ ਇਨਸਾਫ ਮਿਲੇ, ਤੇ ਆਪਣੇ ਭਵਿੱਖ ਤੇ ਆਪਣੇ ਬੱਚਿਆਂ ਵਾਸਤੇ ਆਪਾਂ ਇਹ ਚਾਹੁੰਦੇ ਆ। ਸੋ ਚਲੋ ਇਤਿਹਾਸਿਕ ਦਿਨ ਤੇ ਮੇਰੇ ਨਾਲ ਆਈ ਹੋਈ ਹੈ, ਤੇ ਇੱਕ ਵਾਰੀ ਫੇਰ ਧੰਨਵਾਦ, ਤੇ ਇੱਕ ਵਾਰੀ ਫੇਰ ਕਮੇਟੀ ਦਾ ਮੈਂ ਧੰਨਵਾਦੀ ਹਾਂ। ਅੰਤ ਚ ਮੇਰੇ ਨਾਲ ਇੱਕ ਵਾਰੀ ਫੇਰ ਬੇਨਤੀ ਹੈ ਕਿ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਹਰਜੋਤ ਜੀ, ਜਿੱਦਾਂ ਉਹਨਾਂ ਨੇ ਜਿਹੜਾ ਇਸ ਚੀਜ਼ ਦੇ ਵਿੱਚ ਦੱਸਿਆ ਵੀ ਇਹੀ ਚੀਜ਼ ਜਿਹੜੀ ਉਹਨਾਂ ਨੇ ਬਾਰ-ਬਾਰ ਇਸ ਚੀਜ਼ ਦੇ ਵਿੱਚ ਕਹਿ ਲਓ ਵੀ ਜਿਹੜੀ ਦੁਹਰਾਈ, ਤੇ ਉਸ ਚੀਜ਼ ਨੂੰ ਜਿਹੜਾ ਵਾਕਿਆ ਵੀ ਭਾਈ ਇਹਦੇ ਵਿੱਚ ਭਾਰਤੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੈਗੀ ਆ। ਕਹਿੰਦੇ ਵੀ ਇੰਟੈਲੀਜੈਂਸ ਕਲੀਅਰ ਆ, ਉਹ ਇਸ ਚੀਜ਼ ਨੂੰ ਜਿਹੜੀ ਉਹ ਦਿਖਾ ਰਹੀ ਆ। ਕੰਜ਼ਰਵੇਟਿਵਸ ਦੀ ਵੀ ਉਹਨਾਂ ਨੇ ਵਿੱਚ ਮਾੜੀ ਜਿਹੀ ਗੱਲ ਕੀਤੀ, ਪਰ ਕਹਿੰਦੇ ਵੀ ਚਲੋ ਆਪਾਂ ਇਸ ਟਾਈਮ ਸਾਰੇ ਇਕੱਠੇ ਹੋ ਕੇ ਇਸ ਗੱਲ ਨੂੰ ਦੁਹਰਾਈਏ। ਪਬਲਿਕ ਇਨਕੁਆਇਰੀ ਜਿਹੜੀ ਆ ਉਹ ਇਸ ਦੇ ਵਿੱਚ ਹੋਣੀ ਚਾਹੀਦੀ ਆ ਵੀ ਕਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਹੈਗਾ ਆ। ਜੀ, ਅੱਜ ਇੱਕ ਪੋਲੀਟੀਕੋ ਮੈਗਜ਼ੀਨ ਹੈਗਾ, ਉਹਨਾਂ ਨੇ ਵੀ ਰਿਪੋਰਟ ਕਾਫੀ ਵੱਡੀ ਛਾਪੀ ਆ ਤੇ ਜੇ ਕੈਨੇਡਾ ਨੂੰ ਬਲੀਵ ਕੀਤਾ ਜਾਵੇ, ਇੰਡੀਆ ਹੈਜ਼ ਗੋਨ ਰੋਗ। ਤੇ ਰੋਗ ਦਾ ਮਤਲਬ ਕੀ ਹੁੰਦਾ ਆ, ਵੀ ਡਿਸਹੋਨੈਸਟ ਆ, ਅਨਪ੍ਰਿੰਸੀਪਲਡ ਆ, ਜਾਂ ਆਪਾਂ ਸਿੰਪਲ ਪੰਜਾਬੀ ਦੇ ਵਿੱਚ ਦੁਸ਼ਟ ਸ਼ਬਦ ਵਰਤਿਆ ਜਾਵੇ। ਕਹਿੰਦੇ ਵੀ ਜਦੋਂ ਤੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਾਵਰ ਦੇ ਵਿੱਚ ਆਏ ਆ, ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਆ, ਇਹ ਪੋਲੀਟੀਕੋ ਮੈਗਜ਼ੀਨ ਅੱਜ ਵਾਲੇ ਉਹਨਾਂ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਉਹ ਲਿਖਦਾ ਆ ਵੀ ਜਿਹੜੀਆਂ ਵੈਸਟਰਨ ਡੈਮੋਕ੍ਰੇਸੀਜ਼ ਆ, ਇਹ ਚੁੱਪ ਰਹੀਆਂ ਪਈ ਜੀ, ਅਸੀਂ ਚਾਈਨਾ ਦੇ ਅਗੇਂਸਟ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਬਣਾਉਣੇ ਹੈਗੇ ਆ। ਹੁਣ ਜਿੱਦਾਂ ਹੁਣ ਮੋਦੀ ਦੀ ਕਹਿੰਦੇ ਪਈ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ। ਪ੍ਰੈਜ਼ੀਡੈਂਟ ਬਰਾਕ ਓਬਾਮਾ ਟਾਈਮ ਤੱਕ ਤਾਂ ਮੋਦੀ ਉਹਨਾਂ ਨੂੰ ਬੈਨ ਹੀ ਲਾਇਆ ਸੀ, ਅਮਰੀਕਾ ਦੇ ਵਿੱਚ ਵੀਜ਼ਾ ਹੀ ਨਹੀਂ ਮਿਲਦਾ ਸੀ। ਜਦੋਂ ਉਹ ਪ੍ਰਾਈਮ ਮਿਨਿਸਟਰ ਬਣੇ ਆ, ਉਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਵੀਜ਼ਾ ਮਿਲਿਆ ਹੈਗਾ। ਸੋ ਹੁਣ ਇਹ ਜਦੋਂ ਤੋਂ ਹੀ ਇੰਡੀਆ ਨੇ ਐਕੁਜ਼ੀਸ਼ਨਸ ਲਾਈਆਂ ਹੈਗੀਆਂ ਆ, ਹੁਣ ਜਿਹੜੀਆਂ ਪੰਜੇ ਮੁਲਕ ਹੈਗੇ ਆ, ਉਹਨਾਂ ਦੀ ਜਿਹੜੀਆਂ ਏਜੰਸੀਜ਼ ਆ, ਉਹਨਾਂ ਨੇ ਹੁਣ ਆਪਣੇ ਕੰਨ ਜਿਹੜੇ ਆ ਪੂਰੇ ਉੱਪਰ ਨੂੰ ਚੱਕ ਲਏ ਹੈਗੇ ਵੀ ਭਾਈ ਇਹ ਤਾਂ ਸ਼ਰੇਆਮ ਹੀ ਧੱਕਾ ਹੈਗਾ। ਇੱਥੇ ਨਾ ਹਰਜੋਤ ਸਿੰਘ ਜੀ ਵਿੱਚ, ਸੌਰੀ ਮੈਂ ਵਿੱਚ ਤੁਹਾਨੂੰ ਕੱਟ ਰਿਹਾ, ਵਿੱਚ ਇਹ ਨਾ ਐਡ ਕਰਦੇ ਜਾਈਏ, ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਇਦਾਂ ਦੀਆਂ ਹੈਡਲਾਈਨਸ ਜਾਂ ਉਹ ਚੀਜ਼ਾਂ ਜਿਹੜੀਆਂ ਉਹ ਛਾਪਣਗੇ ਜਿਹੜਾ ਮੋਦੀ ਦੇ ਹੱਕ 'ਚ ਭੁਗਤਦੀਆਂ ਹੋਣਗੀਆਂ। ਅੱਜ ਵਾਸ਼ਿੰਗਟਨ ਪੋਸਟ ਨੇ ਵੀ ਹਰਜੋਤ ਸਿੰਘ ਜੀ ਇੱਕ ਬਹੁਤ ਵੱਡਾ ਆਰਟੀਕਲ ਜਿਹੜਾ ਉਹ ਛਾਪਿਆ
ਵੀ ਜੀ। ਫੇਸਬੁੱਕ ਨੇ ਕਿਸ ਤਰੀਕੇ ਦੇ ਨਾਲ ਪ੍ਰੋਪਾਗੈਂਡੇ ਨੂੰ ਵਧਣ ਦਿੱਤਾ ਤੇ ਹੇਟ ਸਪੀਚ ਨੂੰ ਥਰਾਈਵ ਹੋਣ ਦਿੱਤਾ ਇੰਡੀਆ ਦੇ ਪ੍ਰੈਸ਼ਰ ਦੇ ਅੰਡਰ। ਵੀ ਮੋਦੀ ਹੁਣਾਂ ਦਾ ਜਿਹੜਾ ਹਿੰਦੂਤਵ ਏਜੰਡਾ ਆ, ਕਹਿੰਦੇ ਜੀ। ਵੀ ਡਿਜੀਟਲ ਕੈਂਪੇਨ ਜਿਹੜਾ ਹਿੰਦੂ ਨੈਸ਼ਨਲਿਸਟ ਦੇ ਵਿੱਚ ਦੇ ਦੁਆਰਾ ਕੀਤਾ ਜਾ ਰਿਹਾ ਆ, ਰਾਈਜ਼ਿੰਗ ਇੰਡੀਆ ਟੌਕਸਿਕ ਟੈਕ, ਇਸ ਜੀ। ਦੇ ਅੰਡਰ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਛਾਪੀਆਂ। 2 ਵੱਖਰੇ ਆਰਟੀਕਲ ਜਿਹੜੇ ਹਰਜੋਤ ਸਿੰਘ ਜੀ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਛਪੇ ਆ, ਵੀ ਕਿਸ ਤਰੀਕੇ ਦੇ ਨਾਲ ਇਹ ਟੈਕ ਕੰਪਨੀਆਂ ਵੀ ਇਸ ਦੇ ਵਿੱਚ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ, ਵੀ ਉਹਨਾਂ ਨੇ ਅਜਿਹੀ ਜਿਹੜੀ ਹੇਟ ਆ ਉਸ ਨੂੰ ਵਧਣ ਦਿੱਤਾ, ਉਸ ਨੂੰ ਰੋਕਿਆ ਨਹੀਂ। ਤੇ ਕੱਲ ਦੀ ਇੱਕ ਵੀਡੀਓ ਹੋਰ ਬਹੁਤ ਘੁੰਮ ਰਹੀ ਆ, ਆਸਟ੍ਰੇਲੀਆ ਦੇ ਵਿੱਚ ਰਾਤ ਨੂੰ ਜਿਹੜੇ ਕੁਛ ਲੋਕ ਨੇ ਉਹ ਪਾ ਕੇ ਇੰਡੀਆ ਵਾਲੀਆਂ ਸ਼ਰਟਾਂ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਹੋਏ ਤੇ ਉਹ ਸਾਰੀਆਂ ਚੀਜ਼ਾਂ ਕਹਿੰਦੇ ਹੋਏ ਜਿਹੜੇ ਉੱਥੇ ਆਮ ਜਿਹੜੇ ਉਹ ਘੁੰਮ ਰਹੇ ਨੇ। ਤੁਸੀਂ ਆਪਣੇ ਕੋਈ ਜਿੱਦਾਂ ਆਪਣੇ ਨਗਰ ਕੀਰਤਨ ਆ, ਕੋਈ ਏਦਾਂ ਕਰ ਰਹੇ ਆ, ਕੋਈ ਕਿਸੇ ਨੂੰ ਨਹੀਂ ਰੋਕਦਾ, ਆਪੋ ਆਪਣੇ ਤੁਸੀਂ ਚੀਜ਼ਾਂ ਕਰਦੇ ਆ। ਆਮ ਟਾਈਮ ਦੇ ਵਿੱਚ ਏਦਾਂ ਦੀ ਜਿਹੜੀ ਹੁੱਲੜਬਾਜ਼ੀ ਜਿਹੜੀ ਉਸ ਤਰੀਕੇ ਦੇ ਨਾਲ ਜਦੋਂ ਤੁਸੀਂ ਕਰਦੇ ਆ, ਕੀ ਇਹ ਚੰਗੀ ਲੱਗਦੀ ਆ? ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਨੂੰ ਜਿਹੜਾ ਉਹ ਕਰਨਾ। ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਕੈਨੇਡੀਅਨ ਸਿਟੀਜ਼ਨ ਹੋਣਗੇ, ਸਹੁੰ ਤਾਂ ਖਾਧੀ ਹੈ ਕੈਨੇਡਾ ਦਾ ਸਾਥ ਦੇਣ ਦੀ, ਪਰ ਸਾਥ ਦੇ ਰਹੇ ਆ ਇਸ ਟਾਈਮ ਜਿੱਥੋਂ ਆਏ ਆ ਉੱਥੇ ਦਾ। ਜੇ ਇੰਨਾ ਹੀ ਚੰਗਾ ਸੀਗਾ ਤੇ ਫਿਰ ਆਪਾਂ ਉਹ ਸਿਟੀਜ਼ਨਸ਼ਿਪ ਨਾ ਛੱਡਦੇ। ਹਾਂ, ਤੁਸੀਂ ਉੱਥੇ ਪਰਮਾਨੈਂਟ ਰੈਜ਼ੀਡੈਂਟ ਆ ਜਾਂ ਕੁਛ ਹੋ ਗਏ ਆ, ਵੱਖਰੀ ਗੱਲ ਆ, ਪਰ ਤੁਸੀਂ ਆਪਣੀ ਸਿਟੀਜ਼ਨਸ਼ਿਪ ਤਿਆਗਤੀ। ਤੁਸੀਂ ਕਿਹਾ ਵੀ ਕੈਨੇਡਾ ਦੇ ਨਾਲ ਆ। ਹੁਣ ਕੈਨੇਡਾ ਦੇ ਨਾਲ ਤਾਂ ਹੀ ਹੋ ਸਕਦੇ ਆ ਨਾ, ਵੀ ਜੇ ਤੁਸੀਂ ਕੈਨੇਡਾ ਦੀ ਜਿਹੜੇ ਇਸ ਦੇ ਵਿੱਚ ਪੱਖ ਪੂਰਦੇ ਹੋਵੋਗੇ। ਇੱਥੇ ਬੈਠੇ ਵੀ ਇੱਥੇ ਬਥੇਰੇ ਜਿਹੜੇ ਅਮਰੀਕਨ ਸਿਟੀਜ਼ਨ ਏਦਾਂ ਦੇ ਆਪਾਂ ਨੂੰ ਜਿਹੜੇ ਉਹ ਦਿਖਣਗੇ, ਵੀ ਉਹ ਅਮਰੀਕਾ ਦੀ ਗੱਲ ਨਹੀਂ ਕਰਨਗੇ, ਦੂਜੇ ਪਾਸੇ ਜਿਹੜੀ ਉਹ ਜ਼ਰੂਰ ਗੱਲ ਜਿਹੜੀ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੀ ਉਹ ਕਰ ਸੋਸ਼ਲ ਜਾਂਦੇ। ਮੀਡੀਆਜ਼ ਦੇ ਉੱਤੇ ਦੇਖਿਆ ਵੀ ਆਪਾਂ ਭਾਰਤ ਦੀ ਸਰਕਾਰ ਨੇ ਕਿਸਾਨਾਂ ਦੇ ਮੋਰਚੇ ਵੇਲੇ ਵੀ ਕਿੰਨੇ ਸਾਰੇ ਹਾਂ, ਜਿਹੜੇ ਆ ਇਹ ਬੰਦ ਪ੍ਰੋਪੇਗੈਂਡਾ ਚੱਲ ਕਰਤੇ। ਰਿਹਾ ਉਹਨਾਂ ਦਾ ਉੱਧਰ। ਜੀ, ਤੇ ਟਵਿੱਟਰ ਨੂੰ ਧਮਕੀ ਦਿੱਤੀ, ਉਹਨਾਂ ਦੇ EMPLOYEE ਨੂੰ ਧਮਕੀ ਦਿੱਤੀ ਤੇ ਬਹੁਤ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ EMPLOYEES ਇਹਨਾਂ YouTube ਆ, ਚਾਹੇ Facebook ਆ, ਟਵਿੱਟਰ ਆ, ਇਹਨਾਂ ਸਾਰੀਆਂ ਕੰਪਨੀਆਂ 'ਚ ਹੈਗੇ ਆ। ਆਪਾਂ ਖੁਦ ਪੰਜਾਬੀ ਰੇਡੀਓ USA ਦੀਆਂ ਬਹੁਤ ਸਾਰੀਆਂ ਵੀਡੀਓਜ਼ ਨਹੀਂ, ਹੁਣ ਜਿਹੜੀਆਂ ਦੇਖ ਲਓ ਹਰਜੋਤ ਸਿੰਘ ਜੀ, ਇਸ ਜੀ। ਟਾਈਮ ਆਪਣਾ ਵੀ ਸ਼ੈਡੋ ਬੈਨ ਤਾਂ ਕੀਤਾ ਹੋਇਆ, ਕਿਉਂਕਿ ਖੁੱਲਦਾ ਹੀ ਨਹੀਂ ਪੇਜ ਚੱਜ ਦੇ ਨਾਲ। ਜੀ, ਬਹੁਤ ਸਾਰੇ ਤੇ ਫੇਸਬੁੱਕ ਯੂਜ਼ਰਸ ਨੇ ਕੰਪਲੇਂਟ ਵੀ ਕੀਤੀ, ਅਸੀਂ ਆਪ ਵੀ ਇਸ ਚੀਜ਼ ਨੂੰ ਨੋਟ ਕੀਤਾ ਹੈ। ਹਾਂਜੀ ਜੀ। ਤੇ ਖਾਸ ਕਰਕੇ ਭਾਰਤ ਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਸੰਬੰਧਿਤ ਜਿੰਨੀਆਂ ਸਾਡੀਆਂ ਵੀਡੀਓ ਸੀਆਂ, ਉਹ ਸਾਰੀਆਂ ਉਹਨੇ ਬਲੌਕ ਕਰਤੀਆਂ ਪੰਜਾਬੀ ਰੇਡੀਓ USA ਦੀਆਂ। ਸੋ ਇਹ ਜਿਹੜਾ, ਹਾਲਾਂਕਿ ਉਹ ਅਮਰੀਕਾ ਦੇ ਵਿੱਚ ਉਹਨਾਂ ਦੇ ਬਾਬਤ ਜੋ ਗੱਲਬਾਤ ਕਰ ਰਹੇ ਹੈਗੇ ਆ, ਸੋ ਇਹ ਧੱਕਾ ਤਾਂ ਉਹ ਚੱਲਦਾ ਹੀ ਆ। ਸੋ ਪੋਲੀਟੀਕੋ ਮੈਗਜ਼ੀਨ ਦੀ ਆਪਾਂ ਬ੍ਰੇਕ ਵੀ ਲੈਣੀ ਆ, ਜਾਂਦੇ ਜਾਂਦੇ ਮੈਂ ਗੱਲ ਕਰਦਾ ਜਾਵਾਂ। ਉਹਨਾਂ ਦੇ ਵਿੱਚ ਇੱਕ ਐਨਾਲਿਸਟ ਹੈਗੇ ਪੋਲੀਟੀਕਲ, ਸਕਾਟ ਰੀਡ, ਉਹਨਾਂ ਨੇ ਇਹ ਕਿਹਾ ਆ ਵੀ ਜੇ ਕੈਨੇਡਾ ਦੀਆਂ ਐਕੁਜੀਸ਼ਨਸ ਬਿਲਕੁਲ ਸਹੀ ਸਾਬਤ ਹੋਈਆਂ, ਇਹ ਇੱਕ ਗੇਮ ਚੇਂਜਰ ਹੋਊਗਾ, ਜਿਹਦੇ ਨਾਲ ਜੋ ਵੈਸਟਰਨ ਲੀਡਰਸ ਆ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੂੰ ਰੈਪਰਾਮੈਂਡ ਕਰਨਾ ਪਊਗਾ। ਕਹਿੰਦੇ ਵੀ ਇਹ ਕੋਈ ਇਹ ਭਾਰਤ ਨਹੀਂ ਹੈ, ਇਹ ਵੈਸਟਰਨ ਕੰਟਰੀਜ਼, ਇਹ ਜਿਹੜੇ ਸਾਡੇ ਮੁਲਕ ਆ, ਇਹ ਨਹੀਂ ਹੋ ਸਕਦਾ ਵੀ ਤੁਸੀਂ ਉਸ ਮੁਲਕ 'ਚ ਜਾ ਕੇ ਉਹਨਾਂ ਦੇ ਸਿਟੀਜ਼ਨ ਨੂੰ ਮਾਰ ਦਿਓ। ਇਹ ਕੋਈ ਜੇਮਸ ਬੌਂਡ ਦੀ ਮੂਵੀ ਨਹੀਂ ਹੈਗੀ, ਇਹ ਇਸ ਤਰ੍ਹਾਂ ਨਹੀਂ ਵਾਪਰਦਾ ਹੈਗਾ। ਸੋ ਇਹ ਇੱਕ ਕਈ ਜਿਹੜੇ ਸੋਚਦੇ ਹੋਊਗੇ ਵੀ ਸ਼ਾਇਦ ਇਹ 2, 4, 5, 10 ਦਿਨਾਂ ਦੀ ਗੱਲ ਆ। ਜਿਸ ਤਰ੍ਹਾਂ ਜਿਹੜੇ ਇੰਡੀਆ ਦੇ ਬਹੁਤ ਸਾਰੇ ਐਨਾਲਿਸਟ ਜਾਂ ਜਿਹੜੇ ਮੀਡੀਆ ਵਾਲੇ ਆ, ਉਹ ਇਹ ਕਹੀ ਜਾਂਦੇ ਜੀ ਭਾਰਤ 'ਚ ਵੀ ਇਲੈਕਸ਼ਨ ਹੋਣੀ ਹੈ, ਕੈਨੇਡਾ 'ਚ ਵੀ ਇਲੈਕਸ਼ਨ ਹੋਣੀ ਹੈ। ਇਹ ਇਲੈਕਸ਼ਨ ਮੁੱਦਾ ਨਹੀਂ ਹੈਗਾ, ਖਾਸ ਕਰਕੇ ਕੈਨੇਡਾ ਦੇ ਲਈ। ਹਾਂ ਠੀਕ ਆ, ਭਾਰਤ ਵਾਲੇ ਆਪਣਾ ਪ੍ਰਚਾਰ ਕਰਕੇ ਜੋ ਮਰਜ਼ੀ ਕਰੀ ਜਾਣ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਜਾ ਰਿਹਾ ਕੈਨੇਡਾ ਦੇ ਨਾਲ ਹੁਣ ਅਮਰੀਕਾ ਦੇ ਵੀ। ਆਪਾਂ ਤੁਹਾਨੂੰ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਖਬਰ, ਕਿਸ ਤਰ੍ਹਾਂ ਵੀ ਅਮਰੀਕਨ ਸਿੱਖਾਂ ਨੂੰ ਵੀ ਜਿਹੜੀ ਧਮਕੀਆਂ ਦਿੱਤੀਆਂ ਗਈਆਂ ਯਾ ਤੇ FBI ਉਹਨਾਂ ਦੇ ਘਰਾਂ ਦੇ ਵਿੱਚ ਗਈ ਆ ਵੀ ਭਾਈ ਬਚ ਕੇ ਰਿਓ, ਵੀ ਤੁਹਾਡੇ ਤੇ ਕੋਈ ਅਟੈਕ ਹੋ ਸਕਦਾ ਹੈ। ਸੋ ਇਹ ਨਾ ਸੋਚੋ, ਇਹ ਸਾਰੀਆਂ ਜਿਹੜੀਆਂ ਕੰਟਰੀਜ਼ ਦੀਆਂ ਇੰਟੈਲੀਜੈਂਸ ਏਜੰਸੀਜ਼ ਆ ਪੂਰੀ ਤਰ੍ਹਾਂ ਐਕਟਿਵ ਆ। FBI ਨੂੰ ਪੰਜਾਬੀ ਦੇ ਵਿੱਚ ਬੁਲੇਟਿਨ ਜਾਰੀ ਕਰਨਾ ਪਿਆ ਵੀ ਜੇ ਤੁਹਾਨੂੰ ਕੋਈ ਇੰਟੀਮੀਡੇਟ ਕਰਦਾ ਹੈ, ਕੋਈ ਫੋਰਨ ਗਵਰਨਮੈਂਟ ਥ੍ਰੈਟ ਕਰਦਾ ਹੈ, ਤੇ ਤੁਸੀਂ ਸਾਨੂੰ ਜਿਹੜੀ ਆ ਉਹ ਕਾਲ ਕਰੋ ਤੇ ਅਸੀਂ ਪੂਰੀ ਜਿਹੜੀ ਤੁਹਾਡੀ ਹੈਲਪ ਕਰਾਂਗੇ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਇਹ ਹੈਗਾ ਆ, ਤੇ ਇਸ ਦੇ ਦਰਮਿਆਨ ਵੀ ਹੋਰ ਬਹੁਤ ਕੁਛ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। BBC ਨੇ ਉਦੋਂ ਪਰਦਾਫਾਸ਼ ਕੀਤਾ ਸੀਗਾ, ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਨਕਲੀ ਜਿਹੜੇ ਟਵਿੱਟਰ ਅਕਾਊਂਟ ਬਣਾ ਕੇ ਫਾਰਮਰ ਪ੍ਰੋਟੈਸਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਹੁਣ ਇਹ ਕੰਮ ਜਿਹੜਾ ਆ ਵਾਸ਼ਿੰਗਟਨ ਪੋਸਟ ਵੀ ਜਿਹੜਾ ਉਹ ਕਹਿ ਰਿਹਾ ਵੀ ਕਿਸ ਤਰੀਕੇ ਦੇ ਨਾਲ ਟੈਕ ਕੰਪਨੀਆਂ ਦੀ ਮਦਦ ਦੇ ਨਾਲ ਫੇਸਬੁੱਕ ਵਰਗੀਆਂ, ਮੈਟਾ ਵਰਗੀਆਂ ਕੰਪਨੀਆਂ ਇੱਕ ਖਾਸ ਏਜੰਡੇ ਨੂੰ, ਖਾਸ ਕਰਕੇ ਹਿੰਦੂ ਨੈਸ਼ਨਲਿਸਟ ਆ ਉਹਨਾਂ ਨੂੰ ਅੱਗੇ ਵਧਾ ਰਹੀ ਆ, ਤੇ ਇੰਡੀਆ ਦੇ ਵਿੱਚ ਜਿਹੜਾ ਇਹ
ਹੇਟ ਆ ਉਹ ਉਸ ਦੇ ਨਾਲ ਇੱਕ ਕਾਈਂਡ ਆਫ ਸਪਰੈਡ ਹੋ ਰਹੀ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਮੈਟਰ ਕਰਦੀਆਂ ਆ। ਇਹਦੇ ਨਾਲ ਕਿਰਕਰੀ ਜਿਹੜੀ ਜ਼ਰੂਰ ਹੋਈ ਆ, ਤਾਂ ਹੀ ਤਾਂ UN ਦੇ ਵਿੱਚ ਉਹ ਜਿਹੜੇ ਜੈ ਸ਼ੰਕਰ ਆ, ਉਹਨਾਂ ਦਾ ਫੋਰਨ ਮਿਨਿਸਟਰ ਆ, ਉਹ ਆਇਆ, ਉਹ ਬੋਲਿਆ ਤਾਂ ਉਹ ਕਹਿੰਦਾ ਵੀ ਕੈਨੇਡਾ ਸਾਨੂੰ ਸਬੂਤ ਦੇਵੇ ਤਾਂ ਅਸੀਂ ਜਿਹੜਾ ਉਹ ਨਾਲ ਸਾਥ ਦੇਣ ਦੀ ਗੱਲ ਜਿਹੜੀ ਉਹ ਉਹਨਾਂ ਨੇ ਕਾਈਂਡ ਆਫ ਅੱਧੇ ਕੁ ਸ਼ਬਦਾਂ 'ਚ ਜਿਹੜੀ ਉਹ ਆਖੀ। ਹੁਣ ਸਬੂਤ ਤਾਂ ਉਹਨਾਂ ਨੇ ਕਈ ਦਿੱਤੇ ਆ, ਤੁਸੀਂ ਦੇਖੋ ਉਹਨਾਂ ਦੀ ਜਿਹੜੀ ਕਾਈਂਡ ਆਫ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਲੈਵਲ ਦੀ ਜਿਹੜੀ ਬੀਬੀ ਆ, ਉਹ 4-5 ਵਾਰੀ ਉੱਥੇ ਇੰਡੀਆ ਦੇ ਵਿੱਚ ਜਾ ਕੇ ਆਈ। ਉਹ ਜਦੋਂ ਤੋਂ ਉਹਨਾਂ ਨੂੰ ਪਤਾ ਲੱਗਾ, ਉਦੋਂ ਤੋਂ ਬਾਅਦ ਦੇ ਵਿੱਚ ਉੱਥੇ ਉਹਨੇ ਕਈ ਜਿਹੜੀਆਂ ਫੇਰੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਵੀ ਉੱਥੇ ਦੇ ਨੇ ਕਹਿ ਤਾ, ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਜਿਹੜਾ ਉਹ ਕਹਿ ਤਾ। ਇਹ ਉੱਥੇ ਜਿਹੜਾ ਪ੍ਰਚਾਰ ਜਿੱਦਾਂ ਮਰਜ਼ੀ ਕਰੀ ਜਾਣ ਵੀ ਕੈਨੇਡਾ ਨੂੰ ਅਸੀਂ ਦੱਬ ਲੈਣਾ, ਏਦਾਂ ਨਿਊਕ ਕਰ ਦਾਂਗੇ, ਉਹ ਕਰ ਦਾਂਗੇ, ਪਰ ਇੰਡੀਆ ਦੀ ਡਿਪਲੋਮੈਟਿਕ ਹਾਰ ਕਾਫੀ ਵੱਡੀ ਹੋਈ ਆ। ਕੈਨੇਡਾ ਦਾ ਸਿਟੀਜ਼ਨ ਕੈਨੇਡਾ ਦੀ ਧਰਤੀ ਦੇ ਉੱਤੇ ਮਾਰਿਆ, ਟਰੂਡੋ ਹੋਣਾ ਨੇ ਜਿਹੜਾ ਉਸ ਦੇ ਉੱਤੇ ਬਿਆਨ ਦਿੱਤਾ, ਖੜ ਕੇ ਜਿਹੜਾ ਉਹ ਬੋਲੇ। ਗੱਲ ਜਿਹੜਾ ਆ ਅਮਰੀਕਾ ਦਾ ਰਾਸ਼ਟਰਪਤੀ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਸੈਕਟਰੀ ਆਫ ਸਟੇਟ, 3 ਟੌਪ ਦੇ ਲੈਵਲ ਦੀਆਂ ਪੋਜੀਸ਼ਨ ਵਾਲੇ ਜਿਹੜੇ ਉਹ ਬੰਦੇ ਇਸ ਚੀਜ਼ੇ ਦੇ ਉੱਤੇ ਜਿਹੜੇ ਉਹ ਬੋਲ ਰਹੇ ਹੋਣ, ਤੇ ਇਹਦਾ ਮਤਲਬ ਆ ਵੀ ਕੂਟਨੀਤਿਕ ਇਹਨਾਂ ਦੇ ਕੋਲ ਇਹ ਚੂਕ ਕਰ ਗਏ ਆ ਕਿਤੇ ਨਾ ਕਿਤੇ ਇੰਡੀਆ ਵਾਲੇ। ਉਹ ਉਹਨਾਂ ਦੀ ਉੱਥੇ ਇਸ ਦੇ ਵਿੱਚ ਕਹਿ ਲਓ ਵੀ ਕਿਤੇ ਨਾ ਕਿਤੇ ਬਦਨਾਮੀ ਤਾਂ ਜਿਹੜੀ ਇਸ ਦੇ ਵਿੱਚ ਹੋਈ ਆ, ਤੇ ਇਸ ਦਾ ਖਾਮਿਆਜ਼ਾ ਆਉਣ ਵਾਲੇ ਸਮੇਂ 'ਚ ਭੁਗਤਣਾ ਵੀ ਪੈ ਸਕਦਾ ਆ। ਸਾਊਦੀ ਅਰੇਬੀਆ ਦਾ ਜੰਮੂ ਕਸ਼ਮੀਰ ਦੇ ਉੱਤੇ ਬਿਆਨ ਆਉਣਾ, ਚੀਨ ਦਾ ਉਸੇ ਟਾਈਮ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਵੀਜ਼ਾ ਨਾ ਦੇਣਾ, ਬਹੁਤ ਸਾਰੀਆਂ ਥਾਵਾਂ ਤੋਂ ਜਿਹੜਾ ਆ ਉਹ ਜ਼ਰੂਰ ਘਿਰ ਰਿਹਾ। ਹਾਂ, ਮੋਦੀ ਨੂੰ ਭਾਵੇਂ ਉੱਥੇ ਉਹ ਇੰਟਰਨਲੀ ਉਹ ਉਸ ਦਾ ਫਾਇਦਾ ਲੈਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਹੋਣ, ਪਰ ਹਰਜੋਤ ਸਿੰਘ ਜੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਉੱਤੇ ਇਸ ਦਾ ਪ੍ਰਭਾਵ ਬਹੁਤ ਹੀ ਉਲਟ ਜਿਹੜਾ ਉਹ ਜਾ ਰਿਹਾ ਹੈਗਾ। ਜੀ, ਆਪਾਂ ਤੇ ਬ੍ਰੇਕ ਲੈ ਆਪਾਂ ਲਈਏ। ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਆਵਾਂਗੇ, ਤੇ ਇਸ ਤੋਂ ਬਾਅਦ ਦੇ ਵਿੱਚ ਸਿੱਖਾਂ ਦੀ ਸ਼ਾਨ ਸਮਝੇ ਜਾਂਦੇ ਭਾਈ ਜਿਹੜੇ ਸੰਦੀਪ ਸਿੰਘ ਧਾਲੀਵਾਲ, ਜਿਹੜੇ ਟੈਕਸਸ ਦੇ ਵਿੱਚ ਸੀਗੇ, ਉਹਨਾਂ ਦੀ ਅੱਜ ਬਰਸੀ ਆ। ਉਹਨਾਂ ਨੂੰ ਆਪਾਂ ਯਾਦ ਕਰਾਂਗੇ, ਗੱਲਬਾਤ ਕਰਾਂਗੇ ਉਹਨਾਂ ਦੇ ਬਾਰੇ ਵੀ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਸੋ ਤੇ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ, ਡਿਪਟੀ ਸ਼ੈਰਿਫ ਸੰਦੀਪ ਧਾਲੀਵਾਲ, ਜਿਨ੍ਹਾਂ ਨੂੰ ਤੁਸੀਂ ਪੰਜਾਬੀ ਰੇਡੀਓ USA ਤੇ ਵੀ ਸੁਣਦੇ ਰਹੇ ਆ, 2019 ਦੇ ਵਿੱਚ ਉਹਨਾਂ ਨੇ ਇੱਕ ਸਟਾਪ ਕੀਤਾ ਸੀ ਬੰਦੇ ਨੂੰ, ਜਦੋਂ ਔਨ ਡਿਊਟੀ ਸੀ, ਤੇ ਉਸ ਨੇ ਰੋਬਰਟ ਸੋਲਿਸ ਨਾਮ ਦੇ ਬੰਦੇ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਸੀ, ਤੇ ਉਹਨਾਂ ਦੀ ਅੱਜ ਦੇ ਦਿਨ ਜਿਹੜੀ ਆ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਨੂੰ ਜਿਹੜਾ ਆ ਚਾਰਜ ਕੀਤਾ ਗਿਆ 2022 ਦੇ ਵਿੱਚ, ਜਿਸ ਨੇ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਸੀ। ਸੰਦੀਪ ਸਿੰਘ ਧਾਲੀਵਾਲ ਬਹੁਤ ਹੀ ਰਾਈਜ਼ਿੰਗ ਸਟਾਰ ਸੀ, ਬਹੁਤ ਹੀ ਵਧੀਆ ਸਿੱਖ ਨੌਜਵਾਨ ਸੀ। ਯੂਬਾ ਸਿਟੀ ਨਗਰ ਕੀਰਤਨ 'ਚ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਮਿਲੇ, ਉਹ ਆਉਂਦੇ ਰਹਿੰਦੇ ਸੀ। ਤੇ ਜਦੋਂ ਟੈਕਸਸ ਦੇ ਵਿੱਚ ਫਲੱਡ ਆਏ ਸੀ, ਆਪਣੇ ਪੰਜਾਬੀਆਂ ਨੇ 40-45 ਦੇ ਕਰੀਬ ਜਿਹੜੇ ਟਰੱਕ ਆ ਵੱਖ-ਵੱਖ ਅਮਰੀਕਾ ਦੇ ਸ਼ਹਿਰਾਂ ਤੋਂ ਭਰ ਕੇ ਉੱਥੇ ਭੇਜੇ ਸੀ ਸਮਾਨ ਦੇ ਨਾਲ, ਤੇ ਉਹ ਆਪ ਖੁਦ ਜਿਹੜੀ ਆ ਉਹਨਾਂ ਨੂੰ
ਗਾਈਡ ਕਰਕੇ ਨਾਲ ਲੈ ਕੇ ਜਾਂਦੇ ਸੀ। ਸੋ ਅੱਜ ਉਹਨਾਂ ਦਾ ਜਿਹੜਾ ਆ ਆਪਾਂ ਬਰਸੀ ਯਾਦ ਕਰਦੇ ਹਾਂ ਜੀ। ਸੋ 2019 ਦੇ ਵਿੱਚ ਇਹ ਮੰਦਭਾਗਾ ਦਿਨ ਸੀਗਾ ਜਦ ਉਹਨਾਂ ਨੇ ਇੱਕ ਰੈਗੂਲਰ ਟ੍ਰੈਫਿਕ ਸਟਾਪ ਕੀਤਾ। ਉਹਦਾ ਮੈਨੂੰ ਲੱਗਦਾ ਦਸਤਾਵੇਜ਼ ਲੈ ਕੇ ਆਪਣੀ ਕਾਰ ਵੱਲ ਨੂੰ ਮੁੜੇ, ਪਿੱਛੋਂ ਰਾਬਰਟ ਸੋਲਸ ਨੇ ਸਿਰ ਵਿੱਚ ਉਹਨਾਂ ਦੇ ਗੋਲੀ ਜਿਹੜੀ ਉਹ ਮਾਰ ਦਿੱਤੀ। ਟ੍ਰੇਲ ਬਲੇਜ਼ਰ ਦੇ ਵਜੋਂ ਦੇਖਿਆ ਜਾਂਦਾ ਸੀਗਾ, ਰਾਹ ਦਸੇਰਾ ਕਹਿ ਸਕਦੇ ਹੋ ਵੀ ਉਹ ਇਸ ਲਈ ਕਿਉਂਕਿ ਉਹ ਪਹਿਲੇ ਇੱਕ ਅਜਿਹੇ ਡਿਪਟੀ ਸ਼ੈਰਿਫ ਬਣੇ ਪੂਰੇ ਮੁਲਕ ਦੇ ਵਿੱਚ ਜਿਨ੍ਹਾਂ ਨੂੰ ਪੱਗ ਬੰਨ੍ਹ ਕੇ ਜਿਹੜੀ ਡਿਊਟੀ ਦੇ ਉੱਤੇ ਇਜਾਜ਼ਤ ਮਿਲੀ ਸੀ। ਉਸ ਤੋਂ ਬਾਅਦ ਦੇ ਵਿੱਚ ਆਪਾਂ ਹੁਣ ਦੇਖਦੇ ਹਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਪੱਗ ਬੰਨ੍ਹ ਕੇ ਇੱਥੋਂ ਤੱਕ ਕਿ ਕਈ ਸ਼ਹਿਰਾਂ ਦੇ ਵਿੱਚ ਦਾੜਾ ਪ੍ਰਕਾਸ਼ ਕਰਕੇ ਵੀ ਜਿਹੜੀ ਆ ਤੁਹਾਨੂੰ ਇਜਾਜ਼ਤ ਜਿਹੜੀ ਮਿਲੀ ਆ। ਪਰ ਇਹ ਪਹਿਲੇ ਸੀਗੇ ਜਿਨ੍ਹਾਂ ਨੇ ਉਦੋਂ ਇਹ ਰਾਹ ਜਿਹੜਾ ਉਹ ਚੁਣਿਆ ਸੀਗਾ। ਸੋ ਉਹਨਾਂ ਦੀ ਵੀ ਫਾਈਟ ਲੰਬੀ ਸੀਗੀ। ਆਈ ਥਿੰਕ 14-15 ਸਾਲ ਦੇ ਉਹ ਵੈਟਰਨ ਸੀਗੇ। ਹੈਰਿਸ ਕਾਊਂਟੀ ਆ ਜਿਹੜੀ ਟੈਕਸਸ ਦੇ ਵਿੱਚ, ਉਹਨਾਂ ਦੇ ਜਿਹੜੇ ਸ਼ੈਰਿਫ ਦੇ ਡੈਪਟੀ ਸੀਗੇ ਤੇ ਉਹ ਹੋਇਆ। ਅੱਜ ਉਹਨਾਂ ਦੇ ਨਾਮ ਦੇ ਉੱਤੇ ਇੱਕ ਉੱਥੇ ਜਿਹੜਾ ਪੋਸਟ ਆਫਿਸ ਆ ਉਹ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਹੈ। ਉਹ ਰੀਸੈਂਟਲੀ ਕੁਛ ਕੁ ਸਾਲ ਪਹਿਲਾਂ, ਸਾਲ 2 ਸਾਲ ਪਹਿਲਾਂ ਉਹ ਉੱਥੇ ਦੀ ਜਿਹੜੀ ਕਾਂਗਰਸ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਉਹ ਜਿਹੜਾ ਅਪਰੂਵ ਕੀਤਾ ਗਿਆ ਸੀ। ਜਿਹੜਾ ਸੋਲਸ ਦੀ ਗੱਲ ਕਰ ਰਹੇ ਹਾਂ, ਕਾਤਲ ਦੀ, ਉਸ ਦੇ ਉੱਤੇ ਚਾਰਜਸ ਜਦੋਂ ਲਗਾਏ ਗਏ ਸੀ ਤੇ ਹੁਣ ਉਸ ਨੂੰ ਚਾਰਜਸ ਸਾਬਤ ਹੋਣ ਤੋਂ ਬਾਅਦ 'ਚ ਡੈਥ ਪੈਨਲਟੀ ਦਿੱਤੀ ਗਈ ਹੈਗੀ ਆ, ਮੌਤ ਦੀ ਸਜ਼ਾ ਉਸ ਨੂੰ ਸੁਣਾਈ ਗਈ ਹੈ। 42 ਸਾਲ ਦੀ ਉਮਰ ਸੀਗੀ ਮਹਿਜ ਉਦੋਂ ਡਿਪਟੀ ਧਾਲੀਵਾਲ ਦੀ ਜਦ ਇਹ ਦੁਰਘਟਨਾ, ਇਹ ਕਤਲ ਉਹਨਾਂ ਦਾ ਕੀਤਾ ਗਿਆ ਸੀਗਾ। 3 ਉਹਨਾਂ ਦੇ ਜਿਹੜੇ ਉਹ ਬੱਚੇ ਆ ਹਿਊਸਟਨ ਦੇ ਇਲਾਕੇ ਦੇ ਵਿੱਚ, ਹੈਰਿਸ ਕਾਊਂਟੀ ਜਿਹੜੀ ਪੈਂਦੀ ਆ ਟੈਕਸਸ ਦੇ ਵਿੱਚ। ਸੋ 30 ਮਿੰਟਾਂ ਦੇ ਵਿੱਚ ਜਦੋਂ ਇਹ ਟਰਾਇਲ ਚੱਲਿਆ, 1 ਹਫ਼ਤਾ ਟਰਾਇਲ ਚੱਲਿਆ, ਸਬੂਤ ਪੇਸ਼ ਹੋਏ। ਰਾਬਰਟ ਸੋਲਸ ਨੇ ਆਪਣੇ ਜਿਹੜੇ ਸੀਗੇ ਵਕੀਲ, ਉਹਨਾਂ ਨੂੰ ਫਾਇਰ ਕਰਤਾ ਸੀ। ਉਹ ਆਪਣੇ ਆਪ ਨੂੰ ਖੁਦ ਰਿਪਰੈਜ਼ੈਂਟ ਕਰ ਰਿਹਾ ਸੀਗਾ ਤੇ ਕਹਿੰਦਾ ਜੀ ਮੇਰੇ ਕੋਲ ਗਲਤੀ ਦੇ ਨਾਲ ਗੋਲੀ ਚੱਲ ਗਈ। ਤੇ ਉੱਥੇ ਇਹੀ ਸੀਗਾ ਵੀ ਭਾਈ ਗਲਤੀ ਦੇ ਨਾਲ ਗੋਲੀ ਸਿਰ ਦੇ ਵਿੱਚ ਪਿੱਛੇ ਨਹੀਂ ਜਿਹੜੀ ਉਹ ਚੱਲਦੀ ਹੁੰਦੀ। 30 ਮਿੰਟਾਂ ਤੋਂ ਘੱਟ ਜਿਊਰੀ ਨੂੰ ਡੈਲੀਬਰੇਟ ਕਰਨਾ ਪਿਆ ਤੇ ਉਹਨਾਂ ਨੇ ਉਸ ਨੂੰ ਕਨਵਿਕਟ ਜਿਹੜਾ ਆ ਉਹ ਕਰ ਦਿੱਤਾ ਸੀ। ਉਸ ਦੇ ਵਿੱਚ ਦੋਸ਼ੀ ਜਿਹੜਾ ਆ ਉਹ ਪਾਇਆ ਗਿਆ ਸੀਗਾ ਤੇ ਇਹ ਸਾਰੀ ਚੀਜ਼ ਜਿਹੜੀ ਉਹ ਹੋਈ ਆ। ਜੀ। ਸੋ ਜੀ, ਅਗਲੀ ਖਬਰ ਵੱਲ ਚਲੀਏ ਜੋ ਇਰਾਕ ਤੋਂ ਆ ਰਹੀ ਹੈ। ਕਹਿੰਦੇ ਵੀ 100 ਜਣਿਆਂ ਦੀ ਇਰਾਕ ਦੇ ਵਿੱਚ ਇੱਕ ਵਿਆਹ ਦੇ ਦੌਰਾਨ ਮੌਤ ਹੋ ਗਈ। ਲਾੜਾ ਤੇ ਲਾੜੀ ਜਿਹੜੇ ਆ ਦੋਨੇ ਉਹ ਵੀ ਇਸ ਦੇ ਵਿੱਚ ਮਾਰੇ ਗਏ। ਇੱਕ ਬਹੁਤ ਵੱਡਾ ਹਾਲ ਸੀ, ਵੈਡਿੰਗ ਹਾਲ, ਜਿਹਦੇ ਵਿੱਚ 1000 ਤੋਂ ਵੱਧ ਬੰਦੇ ਇਸ ਵਿਆਹ ਦੇ ਵਿੱਚ ਹਾਜ਼ਰ ਹੋਏ ਸੀ ਤੇ ਅੰਦਰੇ ਹੀ ਕਿਸੇ ਨੇ ਜਿਹੜੇ ਆ ਪਟਾਕੇ ਚਲਾਣੇ ਸ਼ੁਰੂ ਕਰ ਦਿੱਤੇ, ਜਿਹਦੇ ਨਾਲ ਜਿਹੜੀ ਰੂਫ ਆ, ਸੀਲਿੰਗ ਆ, ਉਹਨੂੰ ਅੱਗ ਲੱਗ ਗਈ ਤੇ ਉਹ ਡਿੱਗ ਪਈ। ਉਹਦੇ ਨਾਲ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ। 150 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡਾ ਹਾਲ ਸੀ ਤੇ ਲੋਕਾਂ ਤੋਂ ਭੱਜ ਨਹੀਂ ਹੋਇਆ ਤੇ ਉੱਥੇ ਹੀ ਜਿਹੜੇ ਆ ਇੱਕ ਦੂਜੇ ਦੇ ਉੱਤੇ ਵੀ ਚੜ ਕੇ ਜਿਹੜੇ ਆ ਉਹ ਦੱਬੇ ਗਏ ਤੇ ਉਹਨਾਂ ਦੀ ਮੌਤ ਹੋਈ। ਬਿਲਕੁਲ। ਹਰਜੋਤ ਸਿੰਘ ਜੀ, ਉਹ ਜਸ਼ਨ ਦੇ ਵਿੱਚ ਪਟਾਕੇ ਚਲਾ ਰਹੇ ਸੀਗੇ ਅੰਦਰ, ਜਿੱਦਾਂ ਆਪਾਂ ਇੱਥੇ ਵੀ ਦੇਖਦੇ ਹਾਂ ਨਾ ਜਦੋਂ ਰਿਸੈਪਸ਼ਨ ਵਗੈਰਾ ਤੇ ਜਾਂਦੇ ਆ ਤੇ ਪਿੱਛੇ ਸਪਾਰਕਲ ਜਿਹੜੇ ਕੀਤੇ ਜਾਂਦੇ ਆ, ਉਹ ਉਸੇ ਤਰੀਕੇ ਦੇ ਨਾਲ ਹੀ ਉੱਥੇ ਕੀਤੇ ਜਾ ਰਹੇ ਸੀਗੇ ਤੇ ਉਹ ਆਈ ਥਿੰਕ ਅੱਗ ਜ਼ਿਆਦਾ ਸੀਗੀ। ਉਹਦੀ ਵੀਡੀਓ ਵੀ ਆ ਗਈ ਹੈ, ਬਹੁਤ ਹੀ ਖੌਫਨਾਕ ਜਿਹੜੀ ਵੀਡੀਓ ਆ ਉਹ ਉਸ ਤਰੀਕੇ ਦੀ ਉਹ ਦੇਖਣ ਨੂੰ ਮਿਲ ਰਹੀ ਆ। ਬਹੁਤ ਹੀ ਮਾੜਾ ਮੰਜ਼ਰ ਜਿਹੜਾ ਆ ਉੱਥੇ ਵਾਪਰਿਆ ਹੈਗਾ। ਇੱਕ ਜਿਹੜੀ ਹਰਜੋਤ ਸਿੰਘ ਜੀ ਹੋਰ ਗੱਲ ਕਰ ਲਈਏ, ਭਾਈ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਵਿੱਚ ਜਿਹੜੀ ਫੋਰਨ ਇੰਟਰਫੇਰੈਂਸ ਜਿਹੜੀ ਉਹ ਹੋਈ ਆ, ਉਸ ਦੇ ਵਿੱਚ ਅਸੈਂਬਲੀ ਵੂਮਨ ਜਸਮੀਤ ਬੈਂਸ ਨੇ ਵੀ ਇਸ ਦੇ ਉੱਤੇ ਬਾਬਤ ਜਿਹੜਾ ਉਹ ਟਵੀਟ ਜਿਹੜਾ ਹੁਣ ਰੀਸੈਂਟਲੀ ਕੀਤਾ ਆ। ਕਹਿੰਦੇ ਵੀ ਇਹ ਇੱਕ ਬਹੁਤ ਹੀ ਮੰਦਭਾਗੀ ਗੱਲ ਜਿਹੜੀ ਉਹ ਵਾਪਰੀ ਆ। US ਤੇ ਇੰਡੀਆ ਦੀ ਜਿਹੜੀ ਪਾਰਟਨਰਸ਼ਿਪ ਆ, ਕਹਿੰਦੇ ਵੀ ਭਰੋਸੇ ਦੇ ਉੱਤੇ ਆ, ਪਰ ਇੰਡੀਆ ਨੇ ਇਸ ਭਰੋਸੇ ਨੂੰ ਵਾਇਲੇਟ ਕੀਤਾ ਆ ਤੇ ਇੰਡੀਅਨ ਗਵਰਨਮੈਂਟ ਦੀ ਇਹ ਇਤਿਹਾਸ ਰਿਹਾ ਹੈ ਵੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਵਾਇਲੈਂਸ ਜਿਹੜੀ ਉਹ ਕੀਤੀ ਆ, ਹਿੰਸਾ ਜਿਹੜੀ ਉਹ ਕੀਤੀ ਆ ਤੇ ਉਹਨਾਂ ਨੂੰ ਅਕਾਊਂਟੇਬਲ ਜ਼ਰੂਰ ਬਣਾਉਣਾ ਚਾਹੀਦਾ ਆ। ਤੇ ਉਹਨਾਂ ਨੇ ਨਾਲ ਹੀ ਗੁਹਾਰ ਲਾਈ ਨੇਸ਼ਨ ਵਾਈਡ ਕਾਂਗਰਸ ਨੂੰ। ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਵੀ ਕੈਲੀਫੋਰਨੀਆ ਦੀ ਤਰਜ਼ ਦੇ ਉੱਤੇ ਲੀਡ ਨੂੰ ਫੋਲੋ ਕਰੋ ਤੇ 1984 ਦੇ ਵਿੱਚ ਜਿਹੜੇ ਸਿੱਖਾਂ ਦੇ ਉਲਟ ਵਾਇਲੈਂਸ ਹੋਈ ਸੀ ਉਸ ਨੂੰ ਜੈਨੋਸਾਈਡ ਜਿਹੜਾ ਉਹ ਕਰਾਰ ਦੇਣਾ ਚਾਹੀਦਾ ਹੈਗਾ ਆ। ਰੀਸੈਂਟਲੀ ਕੁਛ ਮੰਥ ਪਹਿਲਾਂ, ਕੁਛ ਮਹੀਨੇ ਪਹਿਲਾਂ ਪਹਿਲੀ ਵਾਰੀ ਜਿਹੜੀ ਇਹ ਸਿੱਖ ਕੁੜੀ
ਜਸਮੀਤ ਬੈਂਸ ਪਹੁੰਚੀ ਆ ਕੈਲੀਫੋਰਨੀਆ ਤੇ ਉਹਨਾਂ ਦੇ ਦੁਆਰਾ 1984 ਦੇ ਜਿਹੜੇ ਕਤਲੇਆਮ ਹੋਏ ਸੀ ਉਸ ਨੂੰ ਜੈਨੋਸਾਈਡ ਕਰਾਰ ਦਿੱਤਾ ਗਿਆ ਸੀ ਕੈਲੀਫੋਰਨੀਆ ਦੀ ਅਸੈਂਬਲੀ 'ਚ। ਤੇ ਹੁਣ ਇਹ ਆਵਾਜ਼ ਦੇ ਰਹੇ ਆ ਵੀ ਵਾਸ਼ਿੰਗਟਨ DC ਦੇ ਵਿੱਚ ਵੀ ਉੱਥੇ ਜਿਹੜੀ ਕਾਂਗਰਸ ਆ ਉਹਨਾਂ ਨੂੰ ਵੀ ਜਿਹੜਾ ਇਹ ਸਿੱਖਾਂ ਦਾ ਸੰਘਾਰ ਹੋਇਆ, ਕਤਲ ਕੀਤਾ ਗਿਆ ਆ, ਉਸ ਨੂੰ ਜੈਨੋਸਾਈਡ ਕਰਾਰ ਸੋ ਇਹਦੇ 'ਚ ਅਪਡੇਟ ਕਰਦੇ ਜਾਈਏ। ਆਪਣੇ ਸਿੱਖ ਬਹੁਤ ਵੱਡੀ ਗਿਣਤੀ 'ਚ ਪ੍ਰੈਸ਼ਰ ਪਾਉਣ ਲੱਗੇ ਹੋ ਆ ਕਾਂਗਰਸਮੈਨ ਤੇ ਸੈਨੇਟਰਸ ਨੂੰ, ਤੇ ਕਰਨਾ ਵੀ ਚਾਹੀਦਾ। ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਆ, ਕਾਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਵੀ ਭਾਈ ਕੈਨੇਡਾ 'ਚ ਸ਼ਰੇਆਮ ਧੱਕਾ ਕੀਤਾ ਗਿਆ ਤੇ ਅਮਰੀਕਾ 'ਚ ਵੀ ਸਿੱਖਾਂ ਨੂੰ ਡਰਾਇਆ ਜਾ ਰਿਹਾ। ਤੇ ਆਲਰੇਡੀ ਕਈ ਕਾਂਗਰਸਮੈਨ, ਜਿਸ 'ਚ ਜਿਮ ਕੋਸਟਾ ਆਪਾਂ ਸਾਂਝੀ ਕੀਤੀ ਸੀ, ਡੇਵਿਡ ਵਲਡਾ, ਉਹ ਜੋ ਫ੍ਰਿਜ਼ਨੋ ਏਰੀਏ ਤੋਂ ਆ, ਤੇ ਅੱਜ ਇਲਹਾਨ ਉਮਾਰ ਜੋ ਉਹਨਾਂ ਨੇ ਤਾਂ ਬਹੁਤ ਡਿਟੇਲ ਚ ਆਪਣੀ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ, ਜੇ ਇੰਡੀਆ ਗਵਰਨਮੈਂਟ ਇਨਵੋਲਵ ਆ, ਇਹ ਬਹੁਤ ਮਾੜੀ ਗੱਲ ਆ। ਤੇ ਜਿਹੜੀ US ਦੀ ਜਿਹੜੀ ਸੀਕ੍ਰੇਟ ਸਰਵਿਸ ਦੀ ਜਿਹੜੀ ਹੁੰਦੀ ਹੈਗੀ ਆ ਹੀਅਰਿੰਗ, ਉਹਦੇ ਵਿੱਚ ਸਾਨੂੰ ਦੱਸਿਆ ਜਾਵੇ। ਇਸ ਤੋਂ ਬਿਨਾਂ ਮਾਈਕ ਪੈਂਸ ਉਹਨਾਂ ਦੇ ਬ੍ਰਦਰ ਆ, ਇਹ ਵੀ ਕਾਂਗਰਸਮੈਨ ਆ, ਰਿਪਰੈਜ਼ੈਂਟੇਟਿਵ ਹੈਗੇ ਆ ਗ੍ਰੈਗ ਪੈਂਸ ਇੰਡੀਆਨਾ ਦੇ ਵਿੱਚ। ਉਹਨਾਂ ਨੇ ਵੀ ਇਹ ਕਿਹਾ ਵੀ ਆਈ ਕੰਪਲੀਟਲੀ ਡਿਨਾਊਂਸ ਸਟੇਟ ਸਪਾਂਸਰਡ ਵਾਇਲੈਂਸ ਐਂਡ ਅਟੈਕ ਅਗੇਂਸਟ ਸਿੱਖਸ, ਇਟ ਇਜ਼ ਰੋਂਗ ਐਂਡ ਈਵਲ। ਇਹ ਜੋ 6th ਡਿਸਟ੍ਰਿਕਟ ਹੈਗਾ ਆ, ਜਿੱਥੇ ਕਾਫੀ ਸਿੱਖ ਕਮਿਊਨਿਟੀ ਰਹਿੰਦੀ ਇੰਡੀਆਨਾ ਦੇ ਵਿੱਚ, ਉਹਨੂੰ ਰਿਪਰੈਜ਼ੈਂਟ ਕਰਦੇ ਆ ਗ੍ਰੈਗ ਪੈਂਸ। ਮਾਈਕ ਪੈਂਸ ਜੋ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹਨਾਂ ਦੇ ਬ੍ਰਦਰ ਸੀ। ਸੋ ਅਮਰੀਕਨ ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ, ਉਹ ਹੁਣ ਸਿੱਖਾਂ ਦੇ ਹੱਕ 'ਚ ਆਏ, ਖਾਸ ਕਰਕੇ ਉਸ ਸਮੇਂ ਤੋਂ ਜਿਸ ਟਾਈਮ ਦੇ ਉੱਤੇ ਰਿਪੋਰਟ ਆਈ ਆ ਵੀ ਅਮਰੀਕਾ ਵਰਸਦੇ ਸਿੱਖ ਜਿਹੜੇ ਸਿਟੀਜ਼ਨ ਆ, ਅਮਰੀਕਨ ਸਿਟੀਜ਼ਨਸ, ਉਹਨਾਂ ਨੂੰ, ਉਹਨਾਂ ਦੀ ਲਾਈਫ ਨੂੰ ਖਤਰਾ ਆ, ਤੇ FBI ਜਿਹੜੀ ਆ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਦੱਸ ਰਹੀ ਆ ਵੀ ਕੇਅਰਫੁਲ ਰਹੋ। ਬਿਲਕੁਲ। ਸਿੱਖ ਕਾਕਸ ਦੇ ਜਿਹੜੇ ਕੋ-ਚੇਅਰ ਆ ਡੇਵਿਡ ਵਲਡਾਹੋ, ਇੱਥੋਂ ਹੀ ਆ। ਉਹਨਾਂ ਨੇ ਵੀ ਸਪੋਰਟ ਕੀਤੀ ਹੈ ਕੈਨੇਡਾ ਦੀ। ਕਹਿੰਦੇ ਅਸੀਂ ਪੂਰੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਨਾਲ ਆ, ਜਿਹੜੀ ਅਸੈਸੀਨੇਸ਼ਨ ਹੋਈ ਆ ਹਰਦੀਪ ਸਿੰਘ ਨਿੱਜਰ ਹੋਣਾ ਦੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ, ਵਾਚਿਆ ਜਾ ਰਿਹਾ ਆ। ਨੋ ਡਾਊਟ ਉਹਨਾਂ ਨੇ ਇਹ ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਕੀਤਾ ਆ। ਉਹਨਾਂ ਦੇ ਬਹੁਤ ਸਾਰੇ ਇੱਥੇ ਬੰਦੇ ਵੀ ਹੋਣਗੇ, ਬਹੁਤ ਸਾਰੇ ਜਿਹੜੇ ਆ ਉਹ ਅਦਾਰੇ ਵੀ ਹੋਣਗੇ, ਪਰ ਇਹ ਇਹਨਾਂ ਦੀ ਸਾਰੇ ਜਿਹੜੇ ਲਾਅ ਮੇਕਰਸ ਦੇ ਦੁਆਰਾ ਇਹ ਜਿਹੜਾ ਸਟੈਂਡ ਲੈਣਾ, ਇਹ ਸ਼ਲਾਘਾਯੋਗ ਹੈ, ਚੰਗੀ ਗੱਲ ਆ ਵੀ ਭਾਈ ਇੱਦਾਂ ਜਿਹੜਾ ਉਹ ਕੀਤਾ ਜਾ ਰਿਹਾ, ਤੇ ਇਹ ਹੋਣਾ ਹੀ ਜਿਹੜਾ ਉਹ ਚਾਹੀਦਾ ਆ। ਤੇ ਇਹਨਾਂ ਨੂੰ ਇੱਕ ਸਪਸ਼ਟ ਸਟੈਂਡ ਲੈਣਾ ਚਾਹੀਦਾ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇੱਥੇ ਗਵਾਰਾ ਨਹੀਂ ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤ ਹੈ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਮਸੂਦ ਮੱਲੀ ਹੁਣਾਂ ਦਾ, ਆਵਾਂਗਾ ਨਾਲ ਹਨੇਰੀਆਂ ਦੇ। ਫਿਰ 11:30 ਤੋਂ 1 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਪ੍ਰੋਗਰਾਮ ਸਾਂਝੀ ਸੱਥ, 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਨ੍ਹਾਂ ਵਿੱਚ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਚੱਲ ਰਹੀ ਆ ਉਹ ਸਰਵਣ ਕਰਾਂਗੇ 7 ਤੋਂ 8 ਵਜੇ ਦੇ ਵਿੱਚ। ਤੇ ਫਿਰ 8 ਤੋਂ 8:30 ਵਜੇ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ, ਤੇ 8:30 ਤੋਂ 10 ਵਜੇ ਦੇ ਵਿੱਚ ਪ੍ਰੋਗਰਾਮ ਕਦੀ ਇਤਿਹਾਸ ਬੋਲ ਪਏ। ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।